Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabwana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਆਪਣਾ ਇੱਕ ਨਵਾਂ ਲੈਸਨ, ਇੱਕ ਨਵਾਂ ਪਾਠ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ ਹੈ ਲਾਗਤ ਦੀਆਂ ਧਾਰਨਾਵਾਂ। ਤਾਂ ਆਪਣੇ ਚੈਪਟਰ ਦਾ ਨਾਮ ਹੈ ਲਾਗਤ ਦੀਆਂ ਧਾਰਨਾਵਾਂ। ਤਾਂ ਆਪਾਂ ਇਸ ਚੈਪਟਰ ਦੇ ਵਿੱਚ ਇਹ ਦੇਖਾਂਗੇ ਕਿ ਐਕਚੁਅਲੀ ਲਾਗਤ ਜਿਹੜੀ ਹੈ ਉਹ ਕੀ ਚੀਜ਼ ਹੁੰਦੀ ਹੈ, ਲਾਗਤ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਜਦੋਂ ਆਪਾਂ ਉਤਪਾਦਨ ਕਰਦੇ ਹਾਂ ਤਾਂ ਆਪਾਂ ਨੂੰ ਉਹਦੇ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਕਿਹੜੀਆਂ-ਕਿਹੜੀਆਂ ਲਾਗਤਾਂ ਜਿਹੜੀਆਂ ਨੇ ਉਹ ਪੈਂਦੀਆਂ ਨੇ, ਉਹ ਲਾਗਤਾਂ ਦੇ ਅੱਗੇ ਕਿੰਨੇ ਹਿੱਸੇ ਕੀਤੇ ਜਾ ਸਕਦੇ ਨੇ, ਉਹ ਲਾਗਤਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਇਸ ਚੈਪਟਰ ਦੇ ਵਿੱਚ ਜਿਹੜਾ ਉਹ ਡਿਸਕਸ ਕਰਨ ਜਾ ਰਹੇ ਹਾਂ। ਪਰ ਮੈਂ ਤੁਹਾਨੂੰ ਇੱਕ ਚੀਜ਼ ਸੁਜੈਸਟ ਕਰੂੰਗਾ ਵੀ ਜੇਕਰ ਤੁਸੀਂ ਲਾਗਤ ਦੀਆਂ ਧਾਰਨਾਵਾਂ ਵਾਲਾ ਚੈਪਟਰ ਜਿਹੜਾ ਹੈ ਉਹ ਸਮਝਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਜਿਹੜਾ ਆਪਣਾ ਲੈਸਨ ਉਤਪਾਦਨ ਫਲਨ ਹੈ ਉਹਨੂੰ ਜ਼ਰੂਰ ਦੇਖ ਲਿਆ ਜਾਵੇ, ਕਿਉਂਕਿ ਜੇਕਰ ਤੁਸੀਂ ਉਤਪਾਦਨ ਫਲਨ ਵਾਲਾ ਚੈਪਟਰ ਜਿਹੜਾ ਹੈ ਉਹਦੇ ਲੈਕਚਰਸ ਨਹੀਂ ਦੇਖੇ ਤਾਂ ਤੁਹਾਨੂੰ ਲਾਗਤ ਦੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਸਮਝ ਨਹੀਂ ਆਣਗੀਆਂ, ਕਿਉਂਕਿ ਆਪਾਂ ਹੁਣੇ ਥੋੜੀ ਦੇਰ 'ਚ ਡਿਸਕਸ ਕਰਨ ਜਾ ਰਹੇ ਹਾਂ ਇਸੇ ਚੀਜ਼ ਨੂੰ ਵੀ ਜਿਹੜੀ ਲਾਗਤ ਹੈ ਉਹ ਕੀ ਹੈ, ਉਹ ਉਤਪਾਦਨ ਦਾ ਫਲਨ ਜਿਹੜਾ ਹੈ ਉਹ ਹੋਇਆ ਕਰਦੀ ਹੈ। ਇਸ ਕਰਕੇ ਜੇਕਰ ਆਪਾਂ ਨੂੰ ਉਤਪਾਦਨ ਵਾਲੇ ਚੈਪਟਰ ਦੇ ਵਿੱਚ ਕੋਈ ਡਾਊਟ ਹੈ ਜਾਂ ਆਪਾਂ ਨੂੰ ਉਹ ਚੈਪਟਰ ਆਪਾਂ ਨਹੀਂ ਦੇਖਿਆ ਜਾਂ ਆਪਾਂ ਨੂੰ ਸਮਝ ਨਹੀਂ ਆਇਆ ਤਾਂ ਇਸ ਕਰਕੇ ਤੁਹਾਨੂੰ ਲਾਗਤ ਵਾਲਾ ਚੈਪਟਰ ਜਿਹੜਾ ਹੈ ਜੋ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਇਹ ਵੀ ਤੁਹਾਨੂੰ ਸਮਝ ਜਿਹੜਾ ਹੈ ਉਹ ਨਹੀਂ ਆਏਗਾ। ਤਾਂ ਬੈਟਰ ਇਹ ਰਹੇਗਾ ਕਿ ਪਹਿਲਾਂ ਤੁਸੀਂ ਉਤਪਾਦਨ ਫਲਨ ਵਾਲਾ ਚੈਪਟਰ ਜਿਹੜਾ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਕਰ ਲਓ। ਅਗਰ ਤੁਸੀਂ ਉਹ ਕਰ ਲਿਆ ਤਾਂ ਤੁਹਾਨੂੰ ਲਾਗਤ ਫਲਨ ਜਿਹੜਾ ਹੈ ਉਹ ਆਰਾਮ ਨਾਲ ਸਮਝ ਜਿਹੜਾ ਹੈ ਉਹ ਆ ਜਾਏਗਾ। ਤਾਂ ਲਾਗਤ ਦੀਆਂ ਧਾਰਨਾਵਾਂ ਆਪਾਂ ਇਹਨੂੰ ਇਹਦੇ ਨਾਮ ਤੋਂ ਕਲੀਅਰ ਕਰਾਂਗੇ ਵੀ ਆਪਾਂ ਇਹਦੇ ਵਿੱਚ ਇਹ ਪੜ੍ਹਨਾ ਹੈ ਵੀ ਲਾਗਤ ਦੀਆਂ ਕਿਹੜੀਆਂ-ਕਿਹੜੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਜਿਸ ਤਰ੍ਹਾਂ ਆਪਾਂ ਉਤਪਾਦਨ ਦੀਆਂ ਧਾਰਨਾਵਾਂ ਕੀਤੀਆਂ ਸੀ ਵੀ ਉਤਪਾਦਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਧਾਰਨਾਵਾਂ ਹੁੰਦੀਆਂ ਨੇ, ਜੋ ਕਿ ਹੈ ਕੁੱਲ ਉਤਪਾਦਨ, ਔਸਤ ਉਤਪਾਦਨ ਤੇ ਸੀਮਾਂਤ ਉਤਪਾਦਨ। ਤਾਂ ਇਹ ਕੀ ਸੀ, ਇਹ ਉਤਪਾਦਨ ਦੀਆਂ ਧਾਰਨਾਵਾਂ ਸੀ। ਹੁਣ ਆਪਾਂ ਗੱਲ ਕਰਾਂਗੇ ਲਾਗਤ ਦੀਆਂ ਧਾਰਨਾਵਾਂ ਦੀ। ਪਰ ਲਾਗਤ ਦੀਆਂ ਧਾਰਨਾਵਾਂ ਕਰਨੀਆਂ ਨੇ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਚੀਜ਼ ਕਲੀਅਰ ਕਰਨੀ ਪਏਗੀ ਜੋ ਕਿ ਹੈ ਲਾਗਤ ਫਲਨ। ਠੀਕ ਹੈ, ਜਿਸ ਤਰ੍ਹਾਂ ਆਪਾਂ ਉਤਪਾਦਨ ਫਲਨ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਹੁਣ ਆਪਾਂ ਲਾਗਤ ਫਲਨ ਜਿਹੜਾ ਹੈ ਉਹ ਕਰਾਂਗੇ। ਤਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਇਹਨੂੰ ਦੇ ਨਾਮ ਤੋਂ ਕਲੀਅਰ ਕਰਾਂਗੇ ਵੀ ਲਾਗਤ ਫਲਨ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਇੱਕ ਹੈ ਲਾਗਤ ਤੇ ਇੱਕ ਹੈ ਫਲਨ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਨਾਂ ਦੋਨਾਂ ਸ਼ਬਦਾਂ ਨੂੰ ਆਪਾਂ ਅਲੱਗ-ਅਲੱਗ ਗੱਲ ਕਰਾਂਗੇ, ਉਸ ਤੋਂ ਬਾਅਦ ਦੋਨਾਂ ਨੂੰ ਇਕੱਠਾ ਕਰ ਦਿਆਂਗੇ ਤੇ ਆਪਣਾ ਲਾਗਤ ਫਲਨ ਜਿਹੜਾ ਹੈ ਉਹ ਬਣ ਜਾਏਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਾਗਤ ਦੀ। ਵੀ ਲਾਗਤ ਕੀ ਚੀਜ਼ ਹੁੰਦੀ ਹੈ, ਲਾਗਤ ਨੂੰ ਤੁਸੀਂ ਖਰਚਾ ਕਹਿ ਸਕਦੇ ਹੋ। ਠੀਕ ਹੈ, ਵੀ ਦੇਖੋ ਜਦੋਂ ਇੱਕ ਉਤਪਾਦਕ ਜਿਹੜਾ ਹੈ ਉਹ ਉਤਪਾਦਨ ਕਰਦਾ ਹੈ ਤਾਂ ਉਹਨੂੰ ਉਤਪਾਦਨ ਕਰਨ ਤੇ ਕੁਝ ਨਾ ਕੁਝ ਪੈਸੇ ਜਿਹੜੇ ਨੇ ਉਹ ਲਾਣੇ ਪੈਂਦੇ ਨੇ। ਤਾਂ ਜੋ ਵੀ ਖਰਚਾ ਕਿਸੇ ਚੀਜ਼ ਨੂੰ ਬਣਾਉਣ ਵਾਸਤੇ ਇੱਕ ਉਤਪਾਦਕ ਦੁਆਰਾ ਕੀਤਾ ਜਾਂਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਲਾਗਤ ਕਹਿੰਦੇ ਆ। ਜਦੋਂ ਮੈਂ ਉਤਪਾਦਨ ਵਾਲਾ ਚੈਪਟਰ ਕਰਾਇਆ ਸੀ ਮੈਂ ਤੁਹਾਨੂੰ ਬੜੀ ਕਲੀਅਰ ਇੱਕ ਗੱਲ ਕਹਿਤੀ ਸੀ ਵੀ ਜਦੋਂ ਆਪਾਂ ਉਤਪਾਦਨ ਦੀ ਗੱਲ ਕਰਨੀ ਹੈ ਤਾਂ ਇਹ ਨਾ ਸੋਚਿਆ ਜੇ ਵੀ ਉਤਪਾਦਨ ਦਾ ਮਤਲਬ ਹੈ ਵੀ ਕੋਈ ਇੱਕ ਬਹੁਤ ਵੱਡੀ ਫੈਕਟਰੀ ਹੋਏਗੀ, ਉਹਦੇ ਵਿੱਚ ਕੋਈ ਬੜਾ ਵੱਡਾ ਸੇਠ ਜੀ ਬੈਠੇ ਹੋਣਗੇ ਜਿਹੜੇ ਕੋਈ ਬੜੀ ਤਗੜੀ ਚੀਜ਼ ਬਣਾਉਂਦੇ ਹੋਣਗੇ। ਉਤਪਾਦਨ ਸਿਰਫ ਉਹ ਨਹੀਂ ਹੁੰਦਾ। ਉਤਪਾਦਨ ਦਾ ਮਤਲਬ ਹੁੰਦਾ ਹੈ ਵੀ ਜਦੋਂ ਵੀ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਕੱਚਾ ਮਾਲ ਹੈ, ਆਪਾਂ ਨੂੰ ਕੀ ਕਰ ਰਹੇ ਆ, ਉਹ ਕੱਚੇ ਮਾਲ ਨੂੰ ਆਪਾਂ ਤਿਆਰ ਮਾਲ ਦੇ ਵਿੱਚ ਜਿਹੜਾ ਉਹ ਬਦਲਦੇ ਪਏ ਆ। ਮਤਲਬ ਜਦੋਂ ਆਪਣੇ ਕੋਲ ਕੋਈ ਕੱਚਾ ਮਾਲ ਹੈ ਆਪਾਂ ਉਹਨੂੰ ਅਜਿਹੀਆਂ ਚੀਜ਼ਾਂ ਦੇ ਵਿੱਚ ਬਦਲਦੇ ਪਏ ਆ ਜਿਨ੍ਹਾਂ ਨੂੰ ਅੱਗੇ ਹੋਰ ਜਿਹੜਾ ਹੈ ਉਹ ਬਦਲਿਆ ਨਹੀਂ ਜਾ ਸਕਦਾ, ਜਿਹਨੂੰ ਆਪਾਂ ਨਾਮ ਦਿੱਤਾ ਸੀ ਅੰਤਿਮ ਵਸਤੂਆਂ। ਜਦੋਂ ਆਪਾਂ ਉਤਪਾਦਨ ਕੀਤਾ ਸੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕੀਤੀ ਸੀ ਵੀ ਉਤਪਾਦਨ ਜਿਹੜਾ ਹੈ ਉਹ ਕੀ ਹੈ, ਉਹ ਇੱਕ ਪ੍ਰਕਿਰਿਆ ਹੈ। ਜਦੋਂ ਆਪਾਂ ਉਤਪਾਦਨ ਦੀ ਪਰਿਭਾਸ਼ਾ ਦਿੰਦੇ ਆ, ਜੇਕਰ ਆਪਾਂ ਉਹਦੇ ਨਾਲ ਪ੍ਰਕਿਰਿਆ ਸ਼ਬਦ ਜਿਹੜਾ ਹੈ ਉਹ ਨਹੀਂ ਲਗਾਇਆ ਤਾਂ ਆਪਣੀ ਉਤਪਾਦਨ ਦੀ ਪਰਿਭਾਸ਼ਾ ਜਿਹੜੀ ਹੈ ਉਹ ਕੀ ਹੋ ਜਾਏਗਾ, ਉਹ ਗਲਤ ਹੋ ਜਾਏਗੀ। ਤਾਂ ਉਤਪਾਦਨ ਇੱਕ ਪ੍ਰਕਿਰਿਆ ਹੈ, ਯਾਨੀ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਆਪਾਂ ਸਟੈਪ ਬਾय ਸਟੈਪ ਚੱਲਦੇ ਆ। ਮਤਲਬ 1 2 3 4
ਅਗਰ ਆਪਾਂ ਕਿਸੇ ਚੀਜ਼ ਦਾ ਉਤਪਾਦਨ ਕਰ ਰਹੇ ਹਾਂ ਤੇ ਅਗਰ ਆਪਾਂ ਇੱਕ 1 2 3 4 ਨੂੰ ਫੋਲੋ ਨਹੀਂ ਕੀਤਾ ਤਾਂ ਆਪਣੀ ਚੀਜ਼ ਨਹੀਂ ਬਣੇਗੀ। ਤਾਂ ਉਤਪਾਦਨ ਜਿਹੜਾ ਹੈ ਉਹ ਇੱਕ ਪ੍ਰਕਿਰਿਆ ਹੈ। ਉਸ ਪ੍ਰਕਿਰਿਆ ਦੇ ਵਿੱਚ ਕੀ ਹੁੰਦਾ ਹੈ, ਆਪਣੇ ਕੋਲ ਕੁਝ ਕੱਚਾ ਮਾਲ ਹੁੰਦਾ ਹੈ, ਆਪਾਂ ਉਹਨੂੰ ਕੀ ਕਰਦੇ ਹਾਂ, ਕੁਝ ਨਾ ਕੁਝ ਚੀਜ਼ਾਂ ਦੇ ਵਿੱਚ ਆਪਾਂ ਬਦਲ ਦਿੰਨੇ ਆ। ਠੀਕ ਹੈ, ਤੇ ਆਪਾਂ ਇਹ ਕਿਹਾ ਸੀ ਵੀ ਉਤਪਾਦਨ ਪ੍ਰਕਿਰਿਆ ਜਿਹੜੀ ਹੈ ਇਹ ਓਨੀ ਦੇਰ ਤੱਕ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਇਹ ਜੀ ਚੀਜ਼ ਨਹੀਂ ਬਣ ਜਾਂਦੀ ਜਿਹੜੀ ਕੀ ਵਸਤੂ ਹੈ, ਅੰਤਿਮ ਵਸਤੂ ਹੈ। ਅੰਤਿਮ ਤੋਂ ਨਾਮ ਕਲੀਅਰ ਕਰ ਲਓ, ਆਖਰੀ ਵਸਤੂ ਵੀ ਆਖਰੀ ਬਣ ਗਈ, ਵੀ ਇਸ ਤੋਂ ਬਾਅਦ ਇਹਦਾ ਹੋਰ ਕੁਝ ਨਹੀਂ ਬਣ ਸਕਦਾ। ਤਾਂ ਆਪਾਂ ਉਤਪਾਦਨ ਨੂੰ ਇੱਕ ਪ੍ਰਕਿਰਿਆ ਦੇ ਤੌਰ ਤੇ ਲੈਨੇ ਆ ਜਿੰਦੇ ਚ ਆਪਾਂ ਕੱਚੇ ਮਾਲ ਨੂੰ ਅੰਤਿਮ ਯਾਨੀ ਕਿ ਆਖਰੀ ਵਸਤੂਆਂ ਦੇ ਵਿੱਚ ਜਿਹੜਾ ਹੈ ਉਹ ਆਪਾਂ ਬਦਲ ਦਿੰਨੇ ਆ। ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਇਸ ਚੀਜ਼ ਦੀ, ਵੀ ਆਪਾਂ ਮੈਂ ਗੱਲ ਕੀਤੀ ਕਿ ਉਤਪਾਦਨ ਦਾ ਮਤਲਬ ਕੋਈ ਬਹੁਤ ਤਗੜੀ ਚੀਜ਼ ਦਾ ਉਤਪਾਦਨ ਕਰਨਾ ਨਹੀਂ ਹੈ। ਅਗਰ ਮੰਨ ਲਓ ਵੀ ਤੁਹਾਡੇ ਘਰੇ ਤੁਹਾਡੇ ਮੰਮਾ ਚਾਹ ਬਣਾਉਂਦੇ ਨੇ, ਠੀਕ, ਤਾਂ ਮੈਂ ਕਿਹਾ ਚਾਹ ਬਣਾਉਂਦੇ ਨੇ ਤਾਂ ਉਹਦੇ ਵਾਸਤੇ ਉਹ ਕੱਚਾ ਮਾਲ ਕੀ ਯੂਜ਼ ਕਰਦੇ ਨੇ, ਪਾਣੀ ਯੂਜ਼ ਹੁੰਦਾ ਹੈ, ਚਾਹ ਪੱਤੀ ਯੂਜ਼ ਹੁੰਦੀ ਹੈ, ਖੰਡ ਯੂਜ਼ ਹੁੰਦਾ ਹੈ, ਦੁੱਧ ਯੂਜ਼ ਹੁੰਦਾ ਹੈ। ਤਾਂ ਇਹ ਕੀ ਹੈ, ਇਹ ਕੱਚਾ ਮਾਲ ਹੈ। ਠੀਕ, ਤਾਂ ਉਹਨਾਂ ਨੇ ਕੀ ਕੀਤਾ, ਪਾਣੀ ਲਿਆ, ਚਾਹ ਪੱਤੀ ਲਈ, ਖੰਡ ਲਈ, ਦੁੱਧ ਲਿਆ, ਇਹਨਾਂ ਸਾਰਿਆਂ ਨੂੰ ਮਿਲ ਕੇ ਚਾਹ ਬਣਾਤੀ। ਹੁਣ ਜੇ ਚਾਹ ਬਣ ਗਈ ਨਾ, ਇਸ ਤੋਂ ਬਾਅਦ ਹੋਰ ਕੁਝ ਨਹੀਂ ਬਣਨਾ ਹੁੰਦਾ, ਵੀ ਚਾਹ ਤੋਂ ਬਾਅਦ ਹੋਰ ਉਹਦਾ ਕੀ ਬਣਾ ਲਓਗੇ, ਗੱਲ ਤਾਂ ਸੋਚਣ ਵਾਲੀ ਹੈ। ਤਾਂ ਚਾਹ ਨੂੰ ਮੈਂ ਕਹਾਂਗਾ ਅੰਤਿਮ ਵਸਤੂ, ਉਹਦੇ ਵਾਸਤੇ ਕੱਚਾ ਮਾਲ ਕੀ ਵਰਤਿਆ ਗਿਆ, ਪਾਣੀ, ਚਾਹ ਪੱਤੀ, ਖੰਡ ਤੇ ਦੁੱਧ, ਇਹ ਉਹਦਾ ਕੱਚਾ ਮਾਲ ਹੋ ਗਿਆ। ਤਾਂ ਮੈਂ ਕਹਾਂਗਾ ਚਾਹ ਦਾ ਕੀ ਹੋਇਆ, ਉਤਪਾਦਨ ਹੋਇਆ। ਠੀਕ, ਹੁਣ ਜਦੋਂ ਤੁਹਾਡੀ ਮੰਮੀ ਨੇ ਚਾਹ ਦਾ ਉਤਪਾਦਨ ਕੀਤਾ, ਹੁਣ ਤੁਹਾਡੀ ਮੰਮੀ ਕੀ ਹੋਗੀ, ਉਤਪਾਦਕ। ਜੋ ਉਤਪਾਦਨ ਕਰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਉਤਪਾਦਕ। ਜੋ ਚੀਜ਼ਾਂ ਬਣ ਰਹੀਆਂ ਨੇ ਉਹਨੂੰ ਆਪਾਂ ਕਹਾਂਗੇ ਉਤਪਾਦਨ। ਹੁਣ ਤੁਹਾਡੀ ਮੰਮੀ ਨੇ ਚਾਹ ਦਾ ਉਤਪਾਦਨ ਕੀਤਾ। ਹੁਣ ਸੋਚੋ ਜੇ ਚਾਹ ਦਾ ਉਤਪਾਦਨ ਕੀਤਾ ਹੈ ਤਾਂ ਉਹਦੇ ਤੇ ਪੈਸੇ ਵੀ ਲਾਏ ਹੋਣਗੇ। ਹੁਣ ਕੋਈ ਚਾਹ ਪੱਤੀ ਫ੍ਰੀ ਤਾਂ ਆਈ ਨਹੀਂ ਹੋਏਗੀ, ਖੰਡ ਕੋਈ ਫ੍ਰੀ ਤਾਂ ਆਈ ਨਹੀਂ ਹੋਏਗੀ, ਦੁੱਧ ਕੋਈ ਫ੍ਰੀ ਤਾਂ ਆਇਆ ਨਹੀਂ ਹੋਏਗਾ, ਜਿਹੜੀ ਗੈਸ ਚੁੱਲ੍ਹਾ ਬਾਲਿਆ ਹੈ ਉਹ ਗੈਸ ਕੋਈ ਫ੍ਰੀ ਤਾਂ ਆਈ ਨਹੀਂ ਹੋਣੀ, ਤਾਂ ਸਾਰਿਆਂ ਦੇ ਪੈਸੇ ਲੱਗਣਗੇ। ਮਤਲਬ ਚਾਹ ਬਣਾਉਣ ਤੇ ਪੈਸੇ ਲੱਗਦੇ ਹੈ, ਤਾਂ ਜੋ ਪੈਸੇ ਲੱਗੇ ਉਹ ਕੀ ਹੋਏਗਾ, ਉਸ ਚਾਹ ਨੂੰ ਬਣਾਉਣ ਤੇ ਆਉਣ ਵਾਲਾ ਖਰਚਾ ਹੋਏਗਾ। ਤਾਂ ਉਹਨੂੰ ਆਪਾਂ ਕੀ ਕਵਾਂਗੇ, ਲਾਗਤ ਕਵਾਂਗੇ। ਤਾਂ ਲਾਗਤ ਕੀ ਹੈ, ਵੀ ਇੱਕ ਉਤਪਾਦਕ ਹੈ। ਹੁਣ ਉਤਪਾਦਕ ਕੌਣ ਹੈ, ਤੁਹਾਡੀ ਮੰਮੀ ਹੈ। ਠੀਕ ਹੈ, ਜੋ ਉਤਪਾਦਨ ਕਰਦਾ ਹੈ, ਤਾਂ ਉਤਪਾਦਨ ਕਿਸ ਚੀਜ਼ ਦਾ ਕਰ ਰਿਹਾ ਹੈ, ਚਾਹ ਦਾ। ਉਹਦੇ ਵਾਸਤੇ ਜੋ ਵੀ ਸਮਾਨ ਯੂਜ਼ ਕੀਤਾ ਜਾਂਦਾ ਹੈ, ਹੁਣ ਸਮਾਨ ਕੀ ਯੂਜ਼ ਹੋਇਆ, ਚਾਹ ਪੱਤੀ, ਖੰਡ, ਦੁੱਧ, ਉਹਦੇ ਉੱਪਰ ਉਹ ਜੋ ਵੀ ਖਰਚਾ ਕਰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ, ਲਾਗਤ ਕਹਿੰਦੇ ਹਾਂ। ਗੱਲ ਕਲੀਅਰ ਹੋਗੀ। ਤਾਂ ਲਾਗਤ ਕੀ ਹੈ, ਵੀ ਇੱਕ ਉਤਪਾਦਕ ਨੇ ਕੋਈ ਚੀਜ਼ ਬਣਾਣੀ ਹੈ, ਉਸ ਚੀਜ਼ ਨੂੰ ਬਣਾਉਣ ਵਾਸਤੇ ਉਹਨੇ ਕੀ ਕਰਨਾ ਹੈ, ਉਹਨੇ ਕੋਈ ਨਾ ਕੋਈ ਪੈਸੇ ਲਾਣੇ ਹੈ। ਤਾਂ ਜੋ ਪੈਸੇ ਉਹ ਲਾਏਗਾ ਉਸ ਚੀਜ਼ ਨੂੰ ਬਣਾਉਣ ਲੱਗਿਆ, ਕਿਉਂਕਿ ਦੇਖੋ ਅਗਰ ਉਤਪਾਦਨ ਕਰਨਾ ਹੈ ਤਾਂ ਉਹਦੇ ਸੇ ਕੋਈ ਨਾ ਕੋਈ ਚੀਜ਼ਾਂ ਦੀ ਲੋੜ ਤਾਂ ਪਏਗੀ। ਤੇ ਜੇ ਉਹ ਚੀਜ਼ਾਂ ਦੀ ਲੋੜ ਪਏਗੀ ਤਾਂ ਉਹਨਾਂ ਚੀਜ਼ਾਂ ਨੂੰ ਆਪਾਂ ਨੂੰ ਖਰੀਦਣਾ ਵੀ ਪਏਗਾ। ਵੀ ਲੋ ਜੀ, ਹੁਣ ਅਸੀਂ ਚਾਹ ਬਣਾਣੀ ਹੈ, ਚਾਹ ਬਣਾਉਣ ਵਾਸਤੇ ਸਾਨੂੰ ਚਾਹ ਪੱਤੀ ਦੀ ਲੋੜ ਹੈ, ਸਾਨੂੰ ਖੰਡ ਦੀ ਲੋੜ ਹੈ, ਸਾਨੂੰ ਦੁੱਧ ਦੀ ਲੋੜ ਹੈ। ਤਾਂ ਆਪਾਂ ਨੂੰ ਚਾਹ ਪੱਤੀ ਵੀ ਲਿਆਣੀ ਪੈਣੀ ਹੈ, ਆਪਾਂ ਨੂੰ ਖੰਡ ਵੀ ਲਿਆਣੀ ਪੈਣੀ ਹੈ, ਆਪਾਂ ਨੂੰ ਦੁੱਧ ਵੀ ਲਿਆਣਾ ਪੈਣਾ। ਤਾਂ ਇਹ ਸਾਰੀਆਂ ਚੀਜ਼ਾਂ ਅਗਰ ਆਪਾਂ ਲੈ ਕੇ ਆਵਾਂਗੇ ਬਾਜ਼ਾਰੋਂ ਖਰੀਦ ਕੇ, ਤੇ ਇਹਨਾਂ ਦੇ ਬਦਲੇ ਆਪਾਂ ਨੂੰ ਪੈਸੇ ਵੀ ਦੇਣੇ ਪੈਣਗੇ। ਤਾਂ ਉਹ ਸਾਰੇ ਖਰਚੇ ਜਿਹੜੇ ਨੇ ਜੋ ਕਿਸੇ ਵੀ ਚੀਜ਼ ਦਾ ਉਤਪਾਦਨ ਕਰਨ ਵਾਸਤੇ ਕੀਤੇ ਜਾਂਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਲਾਗਤ ਕਹਿ ਦਿੰਦੇ ਹਾਂ। ਤਾਂ ਲਾਗਤ ਦਾ ਮੀਨਿੰਗ ਜਿਹੜਾ ਹੈ ਹੁਣ ਕਲੀਅਰ ਹੋ ਜਾਣਾ ਚਾਹੀਦਾ ਹੈ। ਗੱਲ ਕਲੀਅਰ ਹੋ ਗਈ। ਲਾਗਤ ਕੀ ਹੋਈ, ਲਾਗਤ ਹੋਈ, ਅਗਰ ਮੈਂ ਪਰਿਭਾਸ਼ਾ ਦਿਆਂ ਤਾਂ ਮੈਂ ਕਹਾਂਗਾ ਉਹ ਸਾਰੇ ਖਰਚੇ, ਠੀਕ ਹੈ ਜੀ, ਜੋ ਇੱਕ ਉਤਪਾਦਕ ਦੇ ਦੁਆਰਾ ਹੁਣ ਪਹਿਲੀ ਗੱਲ ਤਾਂ ਦੇਖੋ ਧਿਆਨ ਨਾਲ, ਵੀ ਆਪਾਂ ਜਦੋਂ ਵੀ ਗੱਲ ਕਰਨੀ ਹੈ ਉਹ ਆਪਾਂ ਇੱਕ ਦੀ ਗੱਲ ਕਰਨੀ ਹੈ। ਕਿਉਂ, ਕਿਉਂਕਿ ਆਪਾਂ ਵਿਅਸ਼ਟੀ ਅਰਥ ਸ਼ਾਸਤਰ ਪੜ੍ਹਦੇ ਪਏ ਹਾਂ। ਜਿਹੜਾ ਵਿਅਸ਼ਟੀ ਅਰਥ ਸ਼ਾਸਤਰ ਹੈ ਉਹ ਇੱਕ ਤੋਂ ਉੱਪਰ ਜਾਂਦਾ ਹੀ ਨਹੀਂ, ਉਹ ਹਮੇਸ਼ਾ ਇੱਕ ਦੀ ਗੱਲ ਕਰਦਾ ਹੈ। ਤਾਂ ਜਦੋਂ ਵੀ ਆਪਾਂ ਖਰਚਿਆਂ ਦੀ ਗੱਲ ਕਰਨੀ ਹੈ, ਆਪਾਂ ਜਿੰਨੇ ਵੀ ਉਤਪਾਦਕ ਨੇ, ਮੰਨ ਲਓ ਹੁਣ ਇੱਕ ਚੀਜ਼ ਨੂੰ ਬਣਾਉਣ ਵਾਲੇ ਬੜੇ ਸਾਰੇ ਲੋਕ ਹੋ ਸਕਦੇ ਨੇ, ਆਪਾਂ ਉਹਨਾਂ ਸਾਰੇ ਉਤਪਾਦਕਾਂ ਦੀ ਗੱਲ ਨਹੀਂ ਕਰਨੀ, ਆਪਾਂ ਇੱਕ ਉਤਪਾਦਕ ਦੀ ਗੱਲ ਕਰਨੀ ਹੈ ਜੋ ਇੱਕ ਉਤਪਾਦਕ ਦੇ ਦੁਆਰਾ, ਠੀਕ ਹੈ, ਕਿਸੇ ਇੱਕ ਵਸਤੂ, ਹੁਣ ਧਿਆਨ ਨਾਲ,
ਵੀ ਆਪਾਂ ਜੇ ਉਤਪਾਦਕ ਇੱਕ ਲੈ ਰਹੇ ਹਾਂ ਤਾਂ ਆਪਾਂ ਵਸਤੂਆਂ ਵੀ ਕਿੰਨੀਆਂ ਲੈਣੀਆਂ ਨੇ? ਇੱਕ। ਕਿਉਂ? ਕਿਉਂਕਿ ਫਿਰ ਉਹੀ ਗੱਲ ਆ ਗਈ ਵੀ ਆਪਾਂ ਵਿਅਸ਼ਟੀ ਅਰਥ ਸ਼ਾਸਤਰ ਪੜ੍ਹਦੇ ਪਏ ਹਾਂ। ਵਿਅਸ਼ਟੀ ਅਰਥ ਸ਼ਾਸਤਰ ਇੱਕ ਤੋਂ ਉੱਪਰ ਜਿਹੜਾ ਹੈ ਉਹ ਨਹੀਂ ਜਾਂਦਾ। ਤਾਂ ਜਦੋਂ ਆਪਾਂ ਵਸਤੂ ਦੀ ਗੱਲ ਕਰਨੀ ਹੈ ਤਾਂ ਵਸਤੂਆਂ ਵੀ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ? ਇੱਕ ਹੋਣੀ ਚਾਹੀਦੀ ਹੈ। ਤਾਂ ਉਹ ਸਾਰੇ ਖਰਚੇ ਜੋ ਇੱਕ ਉਤਪਾਦਕ ਦੇ ਦੁਆਰਾ ਕਿਸੇ ਇੱਕ ਵਸਤੂ ਦੀ ਨਿਸ਼ਚਿਤ ਮਾਤਰਾ, ਹੁਣ ਆ ਵਰਡ ਆਪਾਂ ਫਿਰ ਐਕਸਪਲੇਨ ਕਰਾਂਗੇ, ਨਿਸ਼ਚਿਤ ਮਾਤਰਾ ਦਾ ਉਤਪਾਦਨ ਕਰਨ ਲਈ ਕੀਤੇ ਜਾਂਦੇ ਹਨ ਉਹਨਾਂ ਨੂੰ ਲਾਗਤ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਹੁਣ ਆਪਾਂ ਇਸ ਜਿਹੜੀ ਪਰਿਭਾਸ਼ਾ ਹੈ ਲਾਗਤ ਦੀ, ਇਹਨੂੰ ਆਪਾਂ ਐਕਸਪਲੇਨ ਕਰਨਾ ਹੈ। ਦੇਖੋ, ਅਗਰ ਤੁਸੀਂ ਚੇਂਜ ਕਰਨਾ ਚਾਹੋ ਤੁਸੀਂ ਚੇਂਜ ਵੀ ਕਰ ਸਕਦੇ ਹੋ। ਤੁਸੀਂ ਆਦੀ ਭਾਸ਼ਾ ਦੇ ਵਿੱਚ ਇਹਨੂੰ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਕਿ ਜੋ ਮੈਂ ਭਾਸ਼ਾ ਲਿਖੀ ਹੈ ਤੁਸੀਂ ਉਹੀ ਲਿਖੋਗੇ। ਮੇਰੀ ਵਰਡਿੰਗ ਕੁਝ ਹੋਰ ਹੋ ਸਕਦੀ ਹੈ, ਤੁਹਾਡੀ ਵਰਡਿੰਗ ਕੁਝ ਹੋਰ ਹੋ ਸਕਦੀ ਹੈ। ਤਾਂ ਜੋ ਤੁਹਾਨੂੰ ਜੱਚਦਾ ਹੈ ਤੁਸੀਂ ਉਹ ਲਿਖ ਲਿਆ ਜੇ। ਬਟ ਧਿਆਨ ਇਹ ਰੱਖਣਾ ਹੈ ਕਿ ਉਹ ਜਦੋਂ ਵੀ ਲਿਖੋ ਉਹਦਾ ਮੀਨਿੰਗ ਚੇਂਜ ਨਹੀਂ ਹੋਣਾ ਚਾਹੀਦਾ। ਮਤਲਬ ਲਾਗਤ ਦੇ ਮਤਲਬ ਕਲੀਅਰ ਹੋ ਜਾਵੇ ਕਿ ਹਾਂਜੀ ਆ ਲਾਗਤ ਹੈਗੀ ਹੈ। ਜ਼ਰੂਰੀ ਨਹੀਂ ਹੈਗਾ ਵੀ ਜੋ ਕਿਤਾਬਾਂ 'ਚ ਲਿਖਿਆ ਆਪਾਂ ਉਹੀ ਲਿਖਣਾ ਹੈ ਜਾਂ ਜੋ ਮੈਂ ਲਿਖਾ ਰਿਹਾ ਉਹੀ ਲਿਖਣਾ ਹੈ। ਕਿਉਂਕਿ ਜਿਹਨੇ ਕਿਤਾਬ ਲਿਖੀ ਹੈ ਉਹਦੀ ਆਪਦੀ ਸੋਚ ਹੈ, ਉਹਨੇ ਆਦੇ ਹਿਸਾਬ ਨਾਲ ਲਿਖਿਆ। ਮੇਰੀ ਆਪਦੀ ਸੋਚ ਹੈ, ਮੈਂ ਆਦੇ ਹਿਸਾਬ ਨਾਲ ਲਿਖਿਆ। ਤੁਹਾਡੀ ਆਪਦੀ ਸੋਚ ਹੈ, ਤੁਸੀਂ ਆਦੇ ਹਿਸਾਬ ਨਾਲ ਲਿਖ ਲੈਣਾ। ਤਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਰੱਟਾ ਮਾਰਨਾ ਹੈ ਉਸ ਚੀਜ਼ ਨੂੰ। ਆਪਾਂ ਨੂੰ ਉਹਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਹੈ। ਜਿੰਨੀ ਸਿੰਪਲ ਤੋਂ ਸਿੰਪਲ ਭਾਸ਼ਾ ਦੇ ਵਿੱਚ ਤੁਸੀਂ ਗੱਲ ਲਿਖੋਗੇ ਉਹ ਸਭ ਤੋਂ ਵਧੀਆ ਰਹੇਗਾ। ਠੀਕ ਹੈ, ਤਾਂ ਕੋਈ ਮਤਲਬ ਟੈਕਨੀਕਲ ਭਾਸ਼ਾ ਯੂਜ਼ ਕਰਨ ਦੀ ਲੋੜ ਹੈ ਨਹੀਂ। ਤਾਂ ਕੀ ਹੋਇਆ, ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ। ਕਹਿੰਦੇ ਹੁਣ ਆਪਾਂ ਲਾਗਤ ਦੀ ਪਰਿਭਾਸ਼ਾ ਦੇਣੀ ਹੈ। ਤਾਂ ਲਾਗਤ ਕੀ ਚੀਜ਼ ਹੈ? ਉਹ ਕਹਿੰਦਾ ਉਹ ਸਾਰੇ ਖਰਚੇ, ਠੀਕ ਹੋ ਗਿਆ, ਲਾਗਤ ਖਰਚੇ ਨੇ ਜੋ ਇੱਕ ਉਤਪਾਦਕ ਦੇ ਦੁਆਰਾ, ਤਾਂ ਮੈਂ ਪਹਿਲੇ ਤਾਂ ਅੰਡਰਲਾਈਨ ਕੀਤਾ ਸੀ ਇੱਕ ਉਤਪਾਦਕ, ਕਿਉਂਕਿ ਆਪਾਂ ਵਿਅਸ਼ਟੀ ਅਰਥ ਸ਼ਾਸਤਰ ਲੈ ਰਹੇ ਹਾਂ, ਆਪਾਂ ਇੱਕ ਤੋਂ ਜ਼ਿਆਦਾ ਦੀ ਗੱਲ ਨਹੀਂ ਕਰਨੀ। ਤਾਂ ਜਦੋਂ ਵੀ ਆਪਾਂ ਲਾਗਤ ਦੇਖਾਂਗੇ ਉਹ ਹਮੇਸ਼ਾ ਆਪਾਂ ਇੱਕ ਉਤਪਾਦਕ ਦੀ ਦੇਖਾਂਗੇ ਵੀ ਇੱਕ ਉਤਪਾਦਕ ਕਿੰਨੀ ਲਾਗਤ ਚੱਕ ਰਿਹਾ ਹੈ, ਇੱਕ ਉਤਪਾਦਕ ਕਿੰਨਾ ਖਰਚਾ ਚੱਕ ਰਿਹਾ ਹੈ। ਤਾਂ ਇੱਕ ਉਤਪਾਦਕ ਦੇ ਦੁਆਰਾ ਇੱਕ ਵਸਤੂ, ਠੀਕ ਹੈ। ਤਾਂ ਹੁਣ ਜਿਹੜੀ ਵਸਤੂ ਵੇਖਣੀ ਹੈ ਉਹ ਵੀ ਇੱਕ ਹੀ ਵੇਖਣੀ ਹੈ। ਹੁਣ ਜਿਵੇਂ ਮੰਨ ਲਓ ਮੈਂ ਕਿਹਾ ਵੀ ਤੁਹਾਡੇ ਮੰਮੀ ਉਤਪਾਦਕ ਨੇ, ਠੀਕ। ਹੁਣ ਤੁਹਾਡੇ ਮੰਮੀ ਚਾਹ ਵੀ ਬਣਾਉਂਦੇ ਆ, ਤੁਹਾਡੇ ਮੰਮੀ ਪਰੌਂਠੇ ਵੀ ਬਣਾਉਂਦੇ ਆ, ਤੁਹਾਡੇ ਮੰਮੀ ਸਬਜ਼ੀ ਵੀ ਬਣਾਉਂਦੇ ਆ, ਹੈਨਾ, ਤਾਂ ਹੋਰ ਖੀਰ ਵੀ ਬਣਾਉਂਦੇ ਆ, ਤਾਂ ਬੜੀਆਂ ਸਾਰੀਆਂ ਚੀਜ਼ਾਂ ਬਣਾਉਂਦੇ ਆ। ਹੁਣ ਮੈਂ ਅਗਰ ਸਾਰਿਆਂ ਦੇ ਖਰਚੇ ਦੀ ਗੱਲ ਕਰਨੀ ਨਾ ਇਕੱਠੀ, ਮੈਨੂੰ ਪਤਾ ਨਹੀਂ ਲੱਗੇਗਾ ਬਾਅਦ ਵਿੱਚ ਵੀ ਲੋ ਜੀ ਖੀਰ ਬਣਾਈ ਤਾਂ ਉਹਦੇ ਤੇ ਕਿੰਨਾ ਖਰਚਾ ਆਇਆ, ਚਾਹ ਬਣਾਈ ਉਹਦੇ ਤੇ ਕਿੰਨਾ ਖਰਚਾ ਆਇਆ, ਰੋਟੀਆਂ ਬਣਾਈਆਂ ਉਹਦੇ ਤੇ ਕਿੰਨਾ ਖਰਚਾ ਆਇਆ, ਸਬਜ਼ੀ ਬਣਾਈ ਉਹਦੇ ਤੇ ਕਿੰਨਾ ਖਰਚਾ ਆਇਆ, ਤਾਂ ਅਲੱਗ-ਅਲੱਗ ਪਤਾ ਨਹੀਂ ਲੱਗੇਗਾ। ਤਾਂ ਜਦੋਂ ਵੀ ਆਪਾਂ ਲਾਗਤ ਦੀ ਗੱਲ ਕਰਨੀ ਹੈ ਹਰੇਕ ਚੀਜ਼ ਦੀ ਲਾਗਤ ਦੀ ਗੱਲ ਵੱਖਰੀ ਵੱਖਰੀ ਕਰਨੀ ਹੈ। ਮਤਲਬ ਆਪਾਂ ਚਾਹ ਦੀ ਲਾਗਤ ਅਲੱਗ ਵੇਖਾਂਗੇ, ਸਬਜ਼ੀ ਦੀ ਲਾਗਤ ਅਲੱਗ ਵੇਖਾਂਗੇ, ਰੋਟੀਆਂ ਦੀ ਲਾਗਤ ਅਲੱਗ ਵੇਖਾਂਗੇ, ਖੀਰ ਦੀ ਲਾਗਤ ਅਲੱਗ ਵੇਖਾਂਗੇ। ਹਰੇਕ ਚੀਜ਼ ਦੀ ਲਾਗਤ ਜਿਹੜੀ ਹੈ ਉਹ ਆਪਾਂ ਵੱਖਰੀ ਵੱਖਰੀ ਵੇਖਣੀ ਹੈ, ਇਕੱਠੀਆਂ ਲਾਗਤਾਂ ਨਹੀਂ ਵੇਖਣੀਆਂ। ਤਾਂ ਕੀ ਹੋਏਗਾ, ਤਾਂ ਜੋ ਇੱਕ ਉਤਪਾਦਕ ਦੇ ਦੁਆਰਾ ਇੱਕ ਵਸਤੂ, ਠੀਕ ਹੈ, ਲਾਗਤ ਆਪਾਂ ਕਿੰਨੀ ਵੇਖਣੀ ਹੈ, ਇੱਕ ਵਸਤੂ ਦੀ, ਕਹਿੰਦੇ ਨਿਸ਼ਚਿਤ ਮਾਤਰਾ ਦਾ ਉਤਪਾਦਨ ਕਰਨ ਲਈ। ਮਤਲਬ ਹੁਣ ਜਦੋਂ ਵੀ ਆਪਾਂ ਲਾਗਤ ਵੇਖਣੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਆਪਾਂ ਉਸ ਵਸਤੂ ਦੀ ਕਿੰਨੀ ਮਾਤਰਾ ਜਿਹੜੀ ਹੈ ਉਹਦਾ ਆਪਾਂ ਉਤਪਾਦਨ ਕਰ ਰਹੇ ਹਾਂ। ਕਿਉਂਕਿ ਕੀ ਹੋਏਗਾ ਵੀ ਆਪਾਂ ਇੱਕ ਚੀਜ਼ ਦੇਖਦੇ ਨੇ ਹਾਂ ਵੀ ਉਹ ਕਹਿੰਦਾ ਵੀ ਜਿੰਨੀ ਵੀ ਤੁਹਾਡੀ ਉਤਪਾਦਨ ਦੀ ਮਾਤਰਾ ਹੋਏਗੀ ਉਹਦਾ ਸੰਬੰਧ ਹੋਏਗਾ ਕਿਸ ਚੀਜ਼ ਦੇ ਨਾਲ, ਲਾਗਤ ਦੇ ਨਾਲ। ਵੀ ਜਿਵੇਂ ਜਿਵੇਂ ਤੁਸੀਂ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹਨੂੰ ਵਧਾਓਗੇ, ਠੀਕ ਹੈ, ਤੀਰ ਉੱਪਰ ਵਾਲੇ ਪਾਸੇ ਹੈ, ਦੇਖੋ ਤੀਰ ਉੱਪਰ ਜਾ ਰਿਹਾ ਹੈ ਮਤਲਬ ਚੀਜ਼ ਵੱਧ ਰਹੀ ਹੈ। ਉਵੇਂ ਉਵੇਂ ਕੀ ਹੋਏਗਾ, ਤੁਹਾਨੂੰ ਜਿਹੜੀਆਂ ਲਾਗਤਾਂ ਪੈਣਗੀਆਂ ਉਹ ਵੀ ਜ਼ਿਆਦਾ ਪੈਣਗੀਆਂ। ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਖੁਦ ਸੋਚੋ। ਮੈਂ ਆਪਾਂ ਹੁਣੇ ਐਗਜ਼ਾਮਪਲ ਲਈ ਵੀ ਤੁਹਾਡੀ ਮੰਮੀ ਜਿਹੜੇ ਨੇ ਉਹ ਇੱਕ ਉਤਪਾਦਕ ਨੇ ਤੇ ਉਹ ਚਾਹ ਬਣਾਉਂਦੇ ਪਏ ਨੇ। ਹੁਣ ਜੇ ਮੰਨ ਲਓ ਵੀ ਤੁਹਾਡੀ ਮੰਮੀ ਨੇ ਇੱਕ ਕੱਪ ਚਾਹ ਬਣਾਣੀ ਹੈ, ਠੀਕ, ਤਾਂ ਇੱਕ ਕੱਪ ਚਾਹ ਬਣਾਉਣ ਸੇ ਕੀ ਹੋਊਗਾ, ਉਸ ਹਿਸਾਬ ਤੇ ਖੰਡ ਪਏਗੀ, ਉਸ ਹਿਸਾਬ ਤੇ ਚਾਹ ਪੱਤੀ ਪਏਗੀ, ਉਸ ਹਿਸਾਬ ਤੇ ਦੁੱਧ ਪਊਗਾ, ਠੀਕ ਹੈ। ਤਾਂ ਦੁੱਧ ਵੀ ਘੱਟ ਲੱਗੂਗਾ, ਚਾਹ ਵੀ ਘੱਟ ਲੱਗੇਗੀ, ਚਾਹ ਪੱਤੀ ਤੇ ਨਾਲ ਖੰਡ ਵੀ ਘੱਟ ਲੱਗੇਗੀ।
ਅਗਰ ਮੰਨ ਲਓ ਤੁਹਾਡੇ ਮੰਮੀ 10 ਕੱਪ ਚਾਹ ਬਣਾਉਂਦੇ ਪਏ ਨੇ ਤਾਂ ਹੁਣ ਕੀ ਹੋਊਗਾ, ਹੁਣ ਖੰਡ ਵੀ ਜ਼ਿਆਦਾ ਲੱਗੇਗੀ, ਚਾਹ ਪੱਤੀ ਵੀ ਜ਼ਿਆਦਾ ਲੱਗੇਗੀ, ਦੁੱਧ ਵੀ ਜ਼ਿਆਦਾ ਲੱਗੇਗਾ, ਗੈਸ ਵੀ ਜ਼ਿਆਦਾ ਬਲੂਗੀ ਤਾਂ ਖਰਚਾ ਜ਼ਿਆਦਾ ਆਏਗਾ। ਤਾਂ ਆਪਣੀ ਜਿਹੜੀ ਲਾਗਤ ਹੋਏਗੀ ਉਹ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਆਪਾਂ ਕਿੰਨੀਆਂ ਚੀਜ਼ਾਂ ਦਾ ਉਤਪਾਦਨ ਜਿਹੜਾ ਹੈ ਉਹ ਆਪਾਂ ਕਰ ਰਹੇ ਹਾਂ। ਜੇ ਆਪਾਂ ਘੱਟ ਚੀਜ਼ਾਂ ਦਾ ਉਤਪਾਦਨ ਕਰਾਂਗੇ, ਆਪਾਂ ਘੱਟ ਚੀਜ਼ਾਂ ਬਣਾਵਾਂਗੇ ਤਾਂ ਖਰਚੇ ਵੀ ਘੱਟ ਪੈਣਗੇ। ਜੇ ਆਪਾਂ ਜ਼ਿਆਦਾ ਚੀਜ਼ਾਂ ਦਾ ਉਤਪਾਦਨ ਕਰਾਂਗੇ, ਜ਼ਿਆਦਾ ਚੀਜ਼ਾਂ ਬਣਾਵਾਂਗੇ ਤਾਂ ਖਰਚੇ ਵੀ ਜ਼ਿਆਦਾ ਪੈਣਗੇ। ਤਾਂ ਆਪਾਂ ਜਦੋਂ ਵੀ ਉਤਪਾਦਨ ਦੇ ਉੱਪਰ ਪੈਣ ਵਾਲੀ ਲਾਗਤ ਦੀ ਗੱਲ ਕਰਨੀ ਹੈ, ਆਪਾਂ ਨੂੰ ਇਹ ਕਲੀਅਰ ਕਰਨਾ ਪਏਗਾ ਵੀ ਆਪਾਂ ਨਿਸ਼ਚਿਤ ਮਾਤਰਾ ਦਾ ਉਤਪਾਦਨ ਕਰਨ ਲਈ, ਮਤਲਬ ਆਪਾਂ ਨੂੰ ਇਹ ਡਿਫਾਈਨ ਕਰਨਾ ਪਏਗਾ, ਇਹਦੀ ਪਰਿਭਾਸ਼ਾ ਦੇਣੀ ਪਏਗੀ ਵੀ ਅਸੀਂ ਕਿੰਨੀਆਂ ਚੀਜ਼ਾਂ ਦਾ ਉਤਪਾਦਨ ਜਿਹੜਾ ਹੈ ਉਹ ਕਰਨ ਜਾ ਰਹੇ ਹਾਂ। ਕਿਉਂਕਿ ਆਪਾਂ ਨੂੰ ਇੱਥੋਂ ਕਲੀਅਰ ਹੋਊਗਾ ਵੀ ਆਪਣੀ ਲਾਗਤ ਜਿਹੜੀ ਹੈ ਉਹ ਕਿੰਨੀ ਪੈਣ ਵਾਲੀ ਹੈ। ਮਤਲਬ ਆਪਾਂ 10 ਚੀਜ਼ਾਂ ਬਣਾਉਣੀਆਂ ਨੇ ਕਿ ਆਪਾਂ 50 ਚੀਜ਼ਾਂ ਬਣਾਉਣੀਆਂ ਹੈ ਕਿ 500 ਬਣਾਉਣੀ ਹੈ ਕਿ 1000 ਬਣਾਉਣੀ ਹੈ, ਕਿੰਨੀਆਂ ਬਣਾਉਣੀਆਂ ਨੇ, ਕਿਉਂਕਿ ਹਰੇਕ ਚੀਜ਼ ਤੇ ਲਾਗਤ ਵੱਖਰੀ ਵੱਖਰੀ ਪਏਗੀ। ਹੁਣ 10 ਚੀਜ਼ਾਂ ਤੇ ਲਾਗਤ ਘੱਟ ਪਏਗੀ, 50 ਤੇ ਜ਼ਿਆਦਾ ਪਏਗੀ, 100 ਤੇ ਜ਼ਿਆਦਾ ਪਏਗੀ, 500 ਤੇ ਹੋਰ ਜ਼ਿਆਦਾ ਪਏਗੀ। ਜਿਵੇਂ ਜਿਵੇਂ ਉਤਪਾਦਨ ਦੀ ਮਾਤਰਾ ਵੱਧਦੀ ਜਾਏਗੀ ਉਹਦੇ ਉੱਪਰ ਪੈਣ ਵਾਲੀਆਂ ਲਾਗਤਾਂ ਜਿਹੜੀਆਂ ਨੇ ਉਹ ਵੀ ਕੀ ਹੋਏਗਾ, ਵੱਧਦੀਆਂ ਜਾਣਗੀਆਂ। ਤਾਂ ਸਭ ਤੋਂ ਪਹਿਲਾਂ ਕੀ ਦੇਖਣਾ ਹੈ ਵੀ ਜਦੋਂ ਆਪਾਂ ਲਾਗਤ ਦੀ ਗੱਲ ਕਰਨੀ ਹੈ, ਆਪਾਂ ਇੱਕ ਉਤਪਾਦਕ ਦੀ ਗੱਲ ਕਰਨੀ ਹੈ, ਦੂਸਰੀ ਗੱਲ ਆਪਾਂ ਇੱਕ ਵਸਤੂ ਦੀ ਗੱਲ ਕਰਨੀ ਹੈ, ਤੀਸਰੀ ਗੱਲ ਉਹ ਜਿਹੜੀ ਵਸਤੂ ਹੈ ਉਹਦੀ ਆਪਾਂ ਨੂੰ ਜਿਹੜੀ ਮਾਤਰਾ ਹੈ ਉਹ ਪਹਿਲਾਂ ਡਿਫਾਈਨ ਕਰਨੀ ਪਏਗੀ। ਵੀ ਲੋ ਜੀ ਅਸੀਂ ਇੰਨੀਆਂ ਕੋ ਚੀਜ਼ਾਂ ਬਣਾਉਣੀਆਂ ਨੇ, ਉਸ ਹਿਸਾਬ ਤੇ ਕੀ ਹੋਊਗਾ, ਆਪਾਂ ਨੂੰ ਆਪਣੀ ਲਾਗਤ ਜਿਹੜੀ ਹੈ ਉਹ ਪਤਾ ਲੱਗ ਜਾਏਗੀ। ਵੀ ਲੋ ਜੀ ਇਸ ਚੀਜ਼ ਦਾ ਬਣਾਉਣੀ ਹੈ ਤਾਂ ਇੰਨੀ ਕੋ ਖੰਡ ਚਾਹੀਦੀ ਹੈ, ਇੰਨੀ ਕੋ ਚਾਹ ਪੱਤੀ ਚਾਹੀਦੀ ਹੈ, ਇੰਨਾ ਕੋ ਦੁੱਧ ਚਾਹੀਦਾ ਹੈ, ਇੰਨੀ ਕੋ ਗੈਸ ਬਲੇਗੀ ਤਾਂ ਇੰਨਾ ਕੋ ਖਰਚਾ ਆਏਗਾ। ਜਿਵੇਂ ਅਗਰ ਆਪਾਂ ਬਾਜ਼ਾਰ ਚਾਹ ਪੀਂਦੇ ਆ, ਉਹ ਕਹਿੰਦਾ ਲੈ ਵੀ ਚਾਹ ਦਾ ਕੱਪ ਜਿਹੜਾ ਨਾ ਬਾਜ਼ਾਰ ਦੇ ਵਿੱਚ ਉਹ 10 ਰੁਪਏ ਦਾ, ਮਤਲਬ ਕਿ ਉਹਨੇ ਹਿਸਾਬ ਲਾ ਲਿਆ ਚਾਹ ਵੇਚਣ ਵਾਲੇ ਨੇ ਕਿ ਲੋ ਜੀ ਜਦੋਂ ਮੈਂ ਇੱਕ ਚਾਹ ਬਣਾਉਂਦਾ ਨਾ, ਚਾਹ ਬਣਾਉਣ ਤੇ ਮੇਰਾ ਇੰਨਾ ਦੁੱਧ ਲੱਗਦਾ, ਇੰਨੀ ਖੰਡ ਲੱਗਦੀ ਹੈ, ਇੰਨੀ ਚਾਹ ਪੱਤੀ ਲੱਗਦੀ ਹੈ, ਇੰਨੀ ਗੈਸ ਬਲਦੀ ਹੈ। ਤੇ ਮੰਨ ਲਓ ਕਹਿੰਦਾ ਵੀ 8 ਰੁਪਏ ਦਾ ਆਪਣਾ ਸਮਾਨ ਲੱਗਦਾ ਹੈ ਚਾਹ ਬਣਾਉਣ ਵਾਸਤੇ, ਉਹ ਕਹਿੰਦਾ 2 ਰੁਪਏ ਆਪਣਾ ਮੁਨਾਫਾ ਹੋ ਗਿਆ, 10 ਰੁਪਏ ਆਪਾਂ ਲਾ ਦਿੰਨੇ ਆ। ਤਾਂ ਉਹ ਕੀ ਕਰੇਗਾ, ਸਭ ਤੋਂ ਪਹਿਲਾਂ ਇਹ ਵੇਖੇਗਾ ਵੀ ਉਹਨੂੰ ਕਿੰਨੇ ਖਰਚੇ ਕਰਨੇ ਪੈਂਦੇ ਪਏ ਨੇ ਕਿਸੇ ਚੀਜ਼ ਨੂੰ ਬਣਾਉਣ ਵਾਸਤੇ। ਉਸ ਹਿਸਾਬ ਤੇ ਉਹ ਕੀ ਕਰੇਗਾ, ਉਹਦੀ ਕੀਮਤ ਵੀ ਜਿਹੜੀ ਹੈ ਉਹ ਡਿਸਾਈਡ ਕਰੇਗਾ। ਤਾਂ ਉਹਨੂੰ ਆਪਾਂ ਕੀ ਕਵਾਂਗੇ, ਲਾਗਤ ਜਿਹੜੀ ਹੈ ਉਹ ਕਹਿ ਦਿਆਂਗੇ। ਤਾਂ ਉਹ ਸਾਰੇ ਖਰਚੇ ਜੋ ਇੱਕ ਉਤਪਾਦਕ ਦੁਆਰਾ ਕਿਸੇ ਇੱਕ ਵਸਤੂ ਦੀ ਨਿਸ਼ਚਿਤ ਮਾਤਰਾ ਦਾ ਉਤਪਾਦਨ ਕਰਨ ਲਈ ਕੀਤੇ ਜਾਂਦੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਲਾਗਤ ਜਿਹੜਾ ਹੈ ਉਹ ਕਹਿ ਦਿੰਦੇ ਆ। ਹੁਣ ਲਾਗਤ ਦਾ ਮੀਨਿੰਗ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਲਾਗਤ ਜਿਹੜੀ ਹੈ ਉਹ ਕੀ ਚੀਜ਼ ਹੁੰਦੀ ਹੈ। ਜਿਹੜਾ ਦੂਸਰਾ ਸ਼ਬਦ ਹੈ ਆਪਣੇ ਕੋਲ ਉਹ ਹੈ ਫਲਨ। ਠੀਕ ਹੈ, ਹੁਣੇ ਫਲਨ ਤਾਂ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਆ। ਆਪਾਂ ਇਹਨੂੰ ਉਤਪਾਦਨ ਫਲਨ ਦੇ ਵਿੱਚ ਵੀ ਪੜ੍ਹ ਲਿਆ ਸੀ, ਆਪਾਂ ਇਹਨੂੰ ਪੂਰਤੀ ਫਲਨ ਦੇ ਵਿੱਚ ਵੀ ਪੜ੍ਹ ਲਿਆ ਸੀ, ਠੀਕ ਹੈ, ਆਪਾਂ ਇਹਨੂੰ ਮੰਗ ਫਲਨ ਦੇ ਵਿੱਚ ਵੀ ਪੜ੍ਹ ਲਿਆ ਸੀ। ਤਾਂ ਫਲਨ ਤਾਂ ਆਪਾਂ ਬੜੀ ਵਾਰੀ ਪੜ੍ਹ ਚੁੱਕੇ ਆ ਕਿ ਫਲਨ ਕੀ ਕਰਦਾ ਹੈ। ਫਲਨ ਦਾ ਕੰਮ ਹੈ ਵੀ ਇਹ ਕੀ ਕਰਦਾ ਹੈ, ਇਹ ਨਿਰਭਰਤਾ ਦਿਖਾਉਂਦਾ ਹੈ। ਠੀਕ ਹੈ, ਹੁਣ ਨਿਰਭਰਤਾ ਦਿਖਾਉਂਦਾ ਹੈ ਕਿੰਦੀ, ਹੁਣ ਸੋਚੋ ਵੀ ਨਿਰਭਰਤਾ ਦਿਖਾਏਗਾ ਕਿੰਦੀ, ਨਿਰਭਰ ਚਰਾਂ ਦੀ, ਕਿਹਨਾਂ ਦੇ ਉੱਪਰ, ਸੁਤੰਤਰ ਚਰਾਂ ਦੇ ਉੱਪਰ। ਠੀਕ ਹੈ, ਵੀ ਇੱਕ ਐਜੀ ਚੀਜ਼ ਜਿਹੜੀ ਕੀ ਕਰਦੀ ਹੈ, ਜਿਹੜੀ ਨਿਰਭਰ ਚਰਾਂ ਦੀ ਜਿਹੜੀ ਹੈ ਨਿਰਭਰਤਾ ਦਿਖਾਉਂਦੀ ਹੈ ਕਿੰਦੇ ਉੱਪਰ, ਸੁਤੰਤਰ ਚਰਾਂ ਦੇ ਉੱਪਰ, ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਫਲਨ ਜਿਹੜਾ ਹੈ ਉਹ ਕਹਿ ਦਿੰਦੇ ਆ। ਜਿਵੇਂ ਅਗਰ ਆਪਾਂ ਹੁਣ ਬੜੀ ਸਿੰਪਲ ਜੀ ਐਗਜ਼ਾਮਪਲ ਲਈਏ ਵੀ ਦੇਖੋ ਕਹਿੰਦਾ ਨਿਰਭਰ ਚਰ ਕੀ ਨੇ ਤੇ ਸੁਤੰਤਰ ਚਰ ਕੀ ਨੇ, ਇਹ ਵੀ ਆਪਾਂ ਪਹਿਲਾਂ ਬੜੀ ਵਾਰੀ ਡਿਸਕਸ ਕਰ ਚੁੱਕੇ ਆ। ਵੀ ਨਿਰਭਰ ਚਰ ਉਹ ਚਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਪਹਿਲਾ ਬਦਲਾਵ ਆਉਂਦਾ ਹੈ, ਮਤਲਬ ਜੋ ਚਰ ਜਿਹੜੇ ਨੇ ਉਹ ਪਹਿਲਾਂ ਬਦਲਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਜਿਹੜਾ ਹੈ ਉਹ ਸੁਤੰਤਰ ਚਰ ਕਹਿੰਦੇ ਆ। ਹੁਣ ਸੁਤੰਤਰ ਚਰਾਂ ਦੇ ਕਰਕੇ ਜੋ ਚਰ ਬਦਲਣਗੇ ਉਹਨੂੰ ਆਪਾਂ ਕੀ ਕਹਾਂਗੇ, ਨਿਰਭਰ ਚਰ ਕਹਾਂਗੇ। ਮਤਲਬ ਜਿਹੜੇ ਪਹਿਲਾਂ ਬਦਲਣਗੇ ਉਹ ਸੁਤੰਤਰ ਚਰ ਹੋਣਗੇ, ਉਹਦੇ ਕਰਕੇ ਜੋ ਬਦਲਣਗੇ ਉਹ ਨਿਰਭਰ ਚਰ ਹੋਣਗੇ। ਜਿਵੇਂ ਆਪਾਂ ਹੁਣੇ ਆਪਣੇ ਪਿਛਲੇ ਚੈਪਟਰ ਦੇ ਵਿੱਚ ਪੂਰਤੀ ਦਾ ਨਿਯਮ ਜਿਹੜਾ ਉਹ ਪੜ੍ਹ ਕੇ ਆਏ ਆ ਕਿ ਪੂਰਤੀ ਦਾ ਨਿਯਮ ਕੀ ਚੀਜ਼ ਹੈ। ਉਹ ਕਹਿੰਦਾ ਜੀ ਪੂਰਤੀ ਦਾ ਨਿਯਮ ਇਹ ਦੱਸਦਾ ਹੈ ਵੀ ਜੇਕਰ ਕਿਸੇ ਵਸਤੂ ਦੀ, ਬਾਕੀ ਹੋਰ ਗੱਲਾਂ ਸਮਾਨ ਰਹਿਣ, ਤਾਂ ਜੇਕਰ ਕਿਸੇ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਂਦੀ ਹੈ,
ठीक है। जे मान लो किसी वस्तु की पूर्ति पहला नालों वध जाएगी तो की होगा, आप सोचो हुण आप दो गल्लां कर रहे हां भी हुण पूर्ति दे नियम दी गल करदे पिया, ਉਹ ਕਹਿੰਦਾ ਪਹਿਲਾਂ ਤਾਂ ਬਾਕੀ ਗੱਲਾਂ ਨੂੰ ਸਮਾਨ ਰੱਖ ਦਿਓ ਵੀ ਜਿਹੜੀਆਂ ਸੰਬੰਧਿਤ ਵਸਤੂਆਂ ਨੇ ਉਹਦੇ ਚ ਬਦਲਾਵ ਨਹੀਂ ਹੋਣਾ ਚਾਹੀਦਾ, ਸਰਕਾਰ ਦੀ ਨੀਤੀ ਚ ਬਦਲਾਵ ਨਹੀਂ ਹੋਣਾ ਚਾਹੀਦਾ, ਜਾਂ ਮਤਲਬ ਜਿਹੜੀ ਹੈ ਟੈਕਨੀਕ ਦੇ ਵਿੱਚ ਬਦਲਾਵ ਨਹੀਂ ਹੋਣਾ ਚਾਹੀਦਾ, ਉਤਪਾਦਨ ਦੇ ਸਾਧਨਾਂ ਦੀ ਕੀਮਤ, ਉਤਪਾਦਨ ਦੇ ਸਾਧਨਾਂ ਦੀ ਮੌਜੂਦਗੀ ਇਹਦੇ ਚ ਕੋਈ ਬਦਲਾਵ ਨਾ ਹੋਵੇ। ਤਾਂ ਅਗਰ ਇਹਨਾਂ ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੁੰਦਾ ਕੀ ਹੋਏਗਾ, ਕਿਸੇ ਵੀ ਵਸਤੂ ਦੀ ਕੀਮਤ ਤੇ ਉਹਦੀ ਪੂਰਤੀ ਦੇ ਵਿੱਚ ਕੀ ਹੋਏਗਾ, ਸਿੱਧਾ ਸੰਬੰਧ ਜਿਹੜਾ ਉਹ ਹੋਏਗਾ। ਜਿਵੇਂ ਜਿਵੇਂ ਕੀਮਤ ਵਧੇਗੀ ਉਵੇਂ ਪੂਰਤੀ ਵਧੇਗੀ। ਤਾਂ ਪਹਿਲਾਂ ਕੀ ਬਦਲੇਗਾ, ਪਹਿਲਾਂ ਬਦਲੇਗੀ ਕੀਮਤ, ਕੀਮਤ ਦੇ ਬਦਲਣ ਨਾਲ ਕੀ ਹੋਏਗਾ, ਪੂਰਤੀ ਬਦਲੇਗੀ। ਤਾਂ ਹੁਣ ਪਹਿਲਾਂ ਬਦਲ ਰਹੀ ਹੈ ਕੀਮਤ, ਤਾਂ ਕੀਮਤ ਕੀ ਹੋ ਜਾਏਗੀ, ਸੁਤੰਤਰ ਚਰ। ਕੀਮਤ ਦੇ ਬਦਲਣ ਦੇ ਨਾਲ ਕੀ ਹੋਊਗਾ, ਪੂਰਤੀ ਬਦਲੇਗੀ, ਤਾਂ ਉਹ ਕੀ ਹੋ ਜਾਏਗੀ, ਨਿਰਭਰ ਚਰ। ਤਾਂ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਸਮਝਾਈ ਸੀ ਵੀ ਜਿਸ ਵੀ ਸ਼ਬਦ ਦੇ ਨਾਲ ਜਿਹੜਾ ਇਹ ਫਲਨ ਸ਼ਬਦ ਲੱਗ ਗਿਆ ਉਹ ਕੀ ਬਣ ਜਾਣਾ, ਉਹ ਨਿਰਭਰ ਚਰ ਬਣ ਜਾਣਾ। ਮਤਲਬ ਅਗਰ ਆਪਾਂ ਇਸ ਚੀਜ਼ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਫਲਨ ਸ਼ਬਦ ਲੱਗਿਆ ਹੋਇਆ ਹੈ ਉਹ ਕਿੰਨੇ ਨਾਲ ਲੱਗਿਆ ਹੋਇਆ, ਉਹ ਲਾਗਤ ਨਾਲ ਲੱਗਿਆ ਹੋਇਆ। ਤਾਂ ਮੈਂ ਤੁਹਾਨੂੰ ਸਮਝਾਇਆ ਸੀ ਵੀ ਜਿੰਨੇ ਨਾਲ ਫਲਨ ਲੱਗ ਗਿਆ ਉਹ ਨਿਰਭਰ ਬਣ ਜਾਣਾ। ਮਤਲਬ ਹੁਣ ਜਿਹੜਾ ਲਾਗਤ ਹੈ ਉਹ ਕੀ ਹੈ, ਉਹ ਆਪਣਾ ਨਿਰਭਰ ਚਰ ਹੈ, ਠੀਕ ਹੈ। ਤਾਂ ਹੁਣ ਇੱਧਰ ਆਪਾਂ ਲਿਖ ਦਿੰਨੇ ਆ ਫਲਨ। ਹੁਣ ਅਗਰ ਆਪਾਂ ਇੱਥੇ ਜੋ ਵੀ ਚੀਜ਼ ਲਿਖਾਂਗੇ ਉਹ ਕੀ ਹੋਊਗੇ, ਉਹ ਹੋਣਗੇ ਸੁਤੰਤਰ ਚਰ। ਇਹ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰੀ ਕਰਾਇਆ ਵੀ ਜਿਹੜੇ ਨਿਰਭਰ ਚਰ ਹੁੰਦੇ ਨੇ ਉਹਨੂੰ ਆਪਾਂ ਰੱਖਦੇ ਆ ਖੱਬੇ ਪਾਸੇ, ਜਿਹੜੇ ਸੁਤੰਤਰ ਚਰ ਹੁੰਦੇ ਆ ਉਹਨੂੰ ਆਪਾਂ ਰੱਖਦੇ ਆ ਸੱਜੇ ਪਾਸੇ। ਗੱਲ ਕਲੀਅਰ ਹੋਈ ਵੀ ਨਿਰਭਰ ਚਰ ਕਿੱਥੇ ਆਣਗੇ, ਖੱਬੇ ਪਾਸੇ, ਸੁਤੰਤਰ ਚਰ ਕਿੱਧਰ ਆਣਗੇ, ਸੱਜੇ ਪਾਸੇ। ਮਤਲਬ ਪਹਿਲਾ ਬਦਲਾਵ ਕਿੰਨਾ ਦੇ ਵਿੱਚ ਹੋਏਗਾ, ਇਹਨਾਂ ਦੇ ਵਿੱਚ ਹੋਏਗਾ, ਠੀਕ ਹੈ। ਪਹਿਲਾਂ ਇਹਨਾਂ ਚ ਬਦਲਾਵ ਹੋਊਗਾ, ਇਹਨਾਂ ਦੇ ਕਰਕੇ ਕੀ ਹੋਏਗਾ, ਇਹਦੇ ਚ ਬਦਲਾਵ ਹੋਏਗਾ। ਹੁਣ ਸੋਚੋ ਵੀ ਆਪਣੀ ਲਾਗਤ ਜਿਹੜੀ ਹੈ ਉਹ ਕਹਿੰਦਾ ਨਿਰਭਰ ਕਰਦੀ ਹੈ, ਕਿੰਦੇ ਉੱਪਰ ਨਿਰਭਰ ਕਰਦੀ ਹੈ, ਬੜੀ ਸਿੰਪਲ ਜੀ ਗੱਲ ਹੈ, ਆਪਾਂ ਹੁਣੇ ਗੱਲ ਕੀਤੀ। ਆਪਣੀ ਜਿਹੜੀ ਲਾਗਤ ਨਿਰਭਰ ਕਰਦੀ ਹੈ ਉਹ ਨਿਰਭਰ ਕਰਦੀ ਹੈ ਉਤਪਾਦਨ ਦੀ ਮਾਤਰਾ ਦੇ ਉੱਪਰ, ਠੀਕ ਹੈ। ਤਾਂ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹ ਕੀ ਹੋਗੀ, ਉਹ ਸੁਤੰਤਰ ਚਰ ਹੋਗੀ। ਮਤਲਬ ਸਭ ਤੋਂ ਪਹਿਲਾਂ ਕੀ ਹੋਏਗਾ, ਉਤਪਾਦਨ ਦੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਬਦਲਾਵ ਆਏਗਾ। ਯਾਨੀ ਸਭ ਤੋਂ ਪਹਿਲਾਂ ਕੀ ਬਦਲੇਗਾ, ਉਤਪਾਦਨ ਦੀ ਮਾਤਰਾ ਬਦਲੇਗੀ, ਠੀਕ ਹੈ। ਜੇ ਆਪਾਂ ਉਤਪਾਦਨ ਦੀ ਮਾਤਰਾ ਬਦਲਾਂਗੇ ਤਾਂ ਉਹਦੇ ਉੱਪਰ ਜੋ ਆਪਾਂ ਖਰਚਾ ਕਰ ਰਹੇ ਹਾਂ, ਕਿਉਂਕਿ ਲਾਗਤ ਦਾ ਮਤਲਬ ਆਪਾਂ ਖਰਚਾ ਲਿਆ ਹੈ, ਤਾਂ ਕੀ ਹੋਊਗਾ, ਉਹਦੇ ਉੱਪਰ ਪੈਣ ਵਾਲੀ ਲਾਗਤ ਜਿਹੜੀ ਹੈ ਉਹ ਵੀ ਕੀ ਹੋਏਗਾ, ਬਦਲੇਗੀ। ਯਾਨੀ ਜਿਹੜੀ ਉਤਪਾਦਨ ਦੀ ਮਾਤਰਾ ਹੈ ਉਹ ਹੋਗੀ ਸੁਤੰਤਰ ਚਰ ਤੇ ਉਹਦੇ ਉੱਪਰ ਪੈਣ ਵਾਲਾ ਖਰਚਾ ਕੀ ਹੋ ਗਿਆ, ਨਿਰਭਰ ਚਰ। ਹੁਣ ਦੂਜੀ ਗੱਲ ਵੀ ਇਹਦੇ ਤੇ ਇਹਦੇ ਵਿੱਚ ਕੀ ਹੋਊਗਾ, ਸਿੱਧਾ ਸੰਬੰਧ ਹੋਏਗਾ। ਮਤਲਬ ਕੀ ਹੈ ਵੀ ਜਿਵੇਂ ਜਿਵੇਂ ਤੁਸੀਂ ਉਤਪਾਦਨ ਦੀ ਮਾਤਰਾ ਵਧਾਓਗੇ ਉਵੇਂ ਉਵੇਂ ਕੀ ਹੋਊਗਾ, ਲਾਗਤ ਵੀ ਕੀ ਹੈ, ਵਧੇਗੀ। ਜਿਵੇਂ ਜਿਵੇਂ ਤੁਸੀਂ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹਨੂੰ ਘਟਾਓਗੇ ਉਵੇਂ ਉਵੇਂ ਕੀ ਹੋਏਗਾ, ਲਾਗਤ ਵੀ ਜਿਹੜੀ ਹੈ ਉਹ ਘਟੇਗੀ। ਕਿਉਂ, ਕਿਉਂਕਿ ਆਪਾਂ ਹੁਣੇ ਗੱਲ ਕੀਤੀ ਸੀ ਚਾਹ ਵਾਲੀ ਐਗਜ਼ਾਮਪਲ ਯਾਦ ਰੱਖੋ ਵੀ ਜੇ ਤਾਂ ਚਾਹ 1 ਕੱਪ ਬਣਾਣੀ ਹੈ ਤਾਂ ਖਰਚਾ ਘੱਟ ਪਊਗਾ, ਜੇ ਚਾਹ ਜਿਹੜੀ ਹੈ ਉਹ 10 ਕੱਪ ਬਣਾਣੀ ਹੈ ਤਾਂ ਖਰਚਾ ਜ਼ਿਆਦਾ ਪਏਗਾ। ਹੁਣ ਐਕਚੁਅਲੀ ਜਿਹੜੀ ਲਾਗਤ ਹੈ ਤੇ ਉਤਪਾਦਨ ਦੀ ਮਾਤਰਾ ਹੈ, ਇਹਨਾਂ ਦੋਨਾਂ ਦੇ ਵਿੱਚ ਸਿੱਧਾ ਸੰਬੰਧ ਜਿਹੜਾ ਹੈ ਉਹ ਕਿਉਂ ਹੁੰਦਾ ਹੈ, ਆਪਾਂ ਉਸ ਚੀਜ਼ ਦੀ ਗੱਲ ਕਰਦੇ ਹਾਂ ਕਿ ਦੇਖੋ ਜਦੋਂ ਆਪਾਂ ਉਤਪਾਦਨ ਕਰਨਾ ਹੈ, ਆਪਾਂ ਆਲਰੇਡੀ ਪੜ੍ਹ ਕੇ ਆਏ ਹਾਂ। ਹੁਣ ਦੇਖੋ ਲਾਗਤ ਨਿਰਭਰ ਕਰਦੀ ਹੈ ਉਤਪਾਦਨ ਤੇ, ਉਤਪਾਦਨ ਕਿੰਦੇ ਤੇ ਨਿਰਭਰ ਕਰਦਾ ਹੈ। ਹੁਣ ਦੇਖੋ ਹੁਣ ਉਤਪਾਦਨ ਕਿੰਦੇ ਤੇ ਨਿਰਭਰ ਕਰਦਾ ਹੈ, ਇੱਥੇ ਉਤਪਾਦਨ ਹੈਗਾ ਆਪਣੇ ਕੋਲ ਸੁਤੰਤਰ ਚਰ। ਬਟ ਜਦੋਂ ਮੈਂ ਇਹ ਕਹਿਣਾ ਵੀ ਉਤਪਾਦਨ ਕਿੰਦੇ ਤੇ ਨਿਰਭਰ ਕਰਦਾ ਹੈ, ਤਾਂ ਉਤਪਾਦਨ ਕਿੰਦੇ ਤੇ ਨਿਰਭਰ ਕਰਦਾ ਹੈ, ਤਾਂ ਉਤਪਾਦਨ ਕੀ ਬਣ ਗਿਆ, ਨਿਰਭਰ ਚਰ ਬਣ ਗਿਆ। ਤਾਂ ਉਤਪਾਦਨ ਕਿੰਦੇ ਤੇ ਨਿਰਭਰ ਕਰਦਾ ਹੈ, ਉਤਪਾਦਨ ਨਿਰਭਰ ਕਰਦਾ ਹੈ ਆਪਣੇ ਕੋਲ ਜਿਹੜੇ ਉਤਪਾਦਨ ਦੇ ਸਾਧਨ ਹੁੰਦੇ ਨੇ ਤੇ ਨਾਲ ਦੇ ਨਾਲ ਜਿਹੜੇ ਉਤਪਾਦਨ ਦੇ ਗੈਰ ਸਾਧਨ ਜਿਹੜੇ ਨੇ ਉਹ ਹੁੰਦੇ ਨੇ ਉਹਦੇ ਉੱਪਰ, ਹੈ ਨਾ। ਹੁਣ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਉਤਪਾਦਨ ਦੇ ਸਾਧਨਾਂ ਦੀ ਗੱਲ ਕਰਦੇ ਆ, ਠੀਕ ਹੈ, ਤਾਂ ਉਤਪਾਦਨ ਦੇ ਸਾਧਨ ਕਿੰਨੇ ਹੁੰਦੇ ਨੇ, 4। ਕਿਹੜੇ ਕਿਹੜੇ ਹੈਗੇ ਆ ਉਤਪਾਦਨ ਦੇ ਸਾਧਨਾਂ ਦੇ ਵਿੱਚ, ਆਪਾਂ ਭੂਮੀ ਹੈ, ਪੂੰਜੀ ਹੈ, ਮਜ਼ਦੂਰ ਹੈ, ਉਦਮ ਹੈ, ਆਗੇ ਉਤਪਾਦਨ ਦੇ ਸਾਧਨ। ਉਤਪਾਦਨ ਦੇ ਗੈਰ ਸਾਧਨ ਜਿਹੜੇ ਨੇ ਉਹਦੇ ਬੇਸਿਕਲੀ ਆਪਾਂ ਕੀ ਲੈਂਦੇ ਆ, ਕੱਚਾ ਮਾਲ, ਠੀਕ ਹੈ, ਆਪਾਂ ਕੱਚੇ ਮਾਲ ਨੂੰ ਲੈਂਦੇ ਆ।
ਹੁਣ ਦੇਖੋ ਇੱਕ ਜਿਹੜਾ ਵਿਅਕਤੀ ਹੈ ਜਿਹਨੂੰ ਆਪਾਂ ਉਤਪਾਦਕ ਕਹਿੰਦੇ ਹਾਂ, ਉਹਨੇ ਉਤਪਾਦਨ ਕਰਨਾ ਹੈ। ਤਾਂ ਉਤਪਾਦਨ ਕਰਨ ਵਾਸਤੇ ਉਹ ਕੀ ਕਰੇਗਾ? ਉਹ ਭੂਮੀ, ਪੂੰਜੀ, ਮਜ਼ਦੂਰ, ਉਦਮ ਜਿਹੜਾ ਇਹਨਾਂ ਨੂੰ ਕੰਮ ਤੇ ਲਾਏਗਾ, ਕੁਝ ਕੱਚਾ ਮਾਲ ਖਰੀਦੇਗਾ, ਫਿਰ ਇਹਨਾਂ ਨੂੰ ਪੈਸੇ ਦੇਣੇ ਪੈਣਗੇ। ਜਿੰਦੇ ਕੋਲ ਜ਼ਮੀਨ ਲਏਗਾ ਉਹਨੂੰ ਕੀ ਕਰਨਾ ਪਏਗਾ? ਉਹਨੂੰ ਲਗਾਨ ਦੇਣਾ ਪੈਣਾ, ਠੀਕ ਹੈ। ਜਿਹੜੇ ਬੰਦੇ ਕੋਲ ਪੈਸਾ ਲਏਗਾ ਉਹਨੂੰ ਕੀ ਹੋਣਾ ਪੈਣਾ? ਵਿਆਜ ਦੇਣਾ ਪੈਣਾ, ਠੀਕ ਹੈ। ਜਿਹੜਾ ਮਜ਼ਦੂਰ ਹੈ ਉਹਨੂੰ ਮਜ਼ਦੂਰੀ ਦੇਣੀ ਪੈਣੀ ਹੈ। ਜਿਹੜਾ ਉਦਮ ਹੈ ਉਹਨੂੰ ਲਾਭ ਦੇਣਾ ਪੈਣਾ ਹੈ। ਜਿਹੜਾ ਕੱਚਾ ਮਾਲ ਖਰੀਦਿਆ ਉਸ ਕੱਚੇ ਮਾਲ ਦੀ ਕੀਮਤ ਦੇਣੀ ਪੈਣੀ ਹੈ। ਤਾਂ ਹੁਣ ਇਹ ਜਿਹੜਾ ਲਗਾਨ ਹੈ ਇਹ ਉਹਨੂੰ ਦੇਣਾ ਪੈਣਾ ਹੈ, ਤੇ ਇਹ ਵੀ ਖਰਚਾ। ਵਿਆਜ ਉਹਨੂੰ ਦੇਣੀ ਪੈਣੀ ਹੈ, ਤੇ ਇਹ ਵੀ ਖਰਚਾ। ਜਿਹੜੀ ਮਜ਼ਦੂਰੀ ਹੈ ਉਹਨੂੰ ਦੇਣੀ ਪੈਣੀ ਹੈ, ਇਹ ਵੀ ਖਰਚਾ। ਲਾਭ ਉਹਨੂੰ ਦੇਣਾ ਪੈਣਾ ਹੈ, ਇਹ ਵੀ ਖਰਚਾ। ਕੱਚਾ ਮਾਲ ਖਰੀਦਿਆ ਉਹਦੀ ਕੀਮਤ ਦੇਣੀ ਪੈਣੀ ਹੈ, ਇਹ ਵੀ ਖਰਚਾ। ਤਾਂ ਕੀ ਹੋਇਆ? ਇਹ ਸਾਰੇ ਜਿਹੜੇ ਨੇ ਇਹ ਖਰਚੇ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਵਾਂਗੇ? ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਲਾਗਤ ਕਵਾਂਗੇ। ਚੱਲ ਕਲੀਅਰ ਹੋ ਰਹੀ ਹੈ? ਤਾਂ ਹੁਣ ਕੀ ਹੋਊਗਾ? ਹੁਣ ਜੇ ਆਪਾਂ ਇਹ ਕਿਹਾ ਵੀ ਜਿਹੜੀ ਲਾਗਤ ਹੈ ਉਹ ਉਤਪਾਦਨ ਦਾ ਫਲਨ ਹੈ। ਉਤਪਾਦਨ ਜਿਹੜਾ ਹੈ ਉਹ ਉਤਪਾਦਨ ਦੇ ਸਾਧਨਾਂ ਤੇ ਉਤਪਾਦਨ ਦੇ ਗੈਰ ਸਾਧਨਾਂ ਦਾ ਫਲਨ ਹੈ। ਹੁਣ ਉਤਪਾਦਨ ਦੇ ਸਾਧਨ ਨੇ ਭੂਮੀ, ਪੂੰਜੀ, ਮਜ਼ਦੂਰ, ਉਦਮ। ਗੈਰ ਸਾਧਨਾਂ ਚ ਆਪਾਂ ਲੈ ਲਿਆ ਕੱਚਾ ਮਾਲ। ਹੁਣ ਜਿਹੜੀ ਜ਼ਮੀਨ ਨੂੰ ਲਗਾਨ ਦੇ ਰਹੇ ਹੋ, ਪੂੰਜੀ ਨੂੰ ਵਿਆਜ ਦੇ ਰਹੇ ਹੋ, ਮਜ਼ਦੂਰ ਨੂੰ ਮਜ਼ਦੂਰੀ ਦੇ ਰਹੇ ਹੋ, ਉਦਮ ਨੂੰ ਲਾਭ ਦੇ ਰਹੇ ਹੋ, ਕੱਚੇ ਮਾਲ ਦੇ ਬਦਲੇ ਕੀਮਤ ਦੇ ਰਹੇ ਹੋ, ਇਹ ਕੀ ਨੇ? ਇਹ ਸਾਰੇ ਉਹ ਖਰਚੇ ਨੇ ਜੋ ਤੁਸੀਂ ਕਿਸੇ ਵੀ ਚੀਜ਼ ਦਾ ਉਤਪਾਦਨ ਕਰਨ ਵਾਸਤੇ ਜਿਹੜਾ ਹੈ ਉਹ ਕਰ ਰਹੇ ਹੋ। ਹੁਣ ਦੇਖੋ, ਜੇਕਰ ਮੰਨ ਲਓ ਵੀ ਤੁਸੀਂ ਉਤਪਾਦਨ ਜਿਹੜਾ ਹੈ ਉਹ ਜ਼ਿਆਦਾ ਕਰਨਾ ਹੈ ਤਾਂ ਕੀ ਕਰਨਾ ਪਏਗਾ? ਜੇ ਉਤਪਾਦਨ ਜ਼ਿਆਦਾ ਕਰਨਾ ਹੈ ਤਾਂ ਫਿਰ ਤੁਹਾਨੂੰ ਉਤਪਾਦਨ ਦੇ ਸਾਧਨ ਯਾਨੀ ਕਿ ਭੂਮੀ, ਪੂੰਜੀ, ਮਜ਼ਦੂਰ, ਉਦਮ ਇਹ ਜ਼ਿਆਦਾ ਲਾਣੇ ਪੈਣਗੇ। ਉਤਪਾਦਨ ਦੇ ਗੈਰ ਸਾਧਨ ਯਾਨੀ ਕਿ ਕੱਚਾ ਮਾਲ ਜ਼ਿਆਦਾ ਲਾਣਾ ਪਏਗਾ। ਜੇ ਜ਼ਿਆਦਾ ਲਾਣਾ ਪਏਗਾ ਤਾਂ ਕੀ ਹੋਏਗਾ ਵੀ ਭੂਮੀ ਦੇ ਬਦਲੇ ਜੋ ਤੁਸੀਂ ਲਗਾਨ ਦੇ ਰਹੇ ਹੋ, ਪੂੰਜੀ ਦੇ ਬਦਲੇ ਜੋ ਵਿਆਜ ਦੇ ਰਹੇ ਹੋ, ਮਜ਼ਦੂਰ ਦੇ ਬਦਲੇ ਜੋ ਮਜ਼ਦੂਰੀ ਦੇ ਰਹੇ ਹੋ, ਉਦਮ ਨੂੰ ਜੋ ਲਾਭ ਦੇ ਰਹੇ ਹੋ, ਕੱਚੇ ਮਾਲ ਦੇ ਬਦਲੇ ਜੋ ਕੀਮਤ ਦੇ ਰਹੇ ਹੋ, ਇਹ ਵੀ ਕੀ ਕਰਨਾ ਪਏਗਾ? ਪਹਿਲਾਂ ਨਾਲੋਂ ਜ਼ਿਆਦਾ ਦੇਣੀਆਂ ਪੈਣਗੀਆਂ। ਤਾਂ ਕੀ ਹੋਊਗਾ? ਤੁਹਾਨੂੰ ਉਹਨੇ ਖਰਚੇ ਜਿਹੜੇ ਨੇ ਉਹ ਕੀ ਹੋਏਗਾ? ਜ਼ਿਆਦਾ ਪੈਣਗੇ। ਤਾਂ ਆਪਾਂ ਬਿਲਕੁਲ ਕਲੀਅਰ ਕਰ ਸਕਦੇ ਹਾਂ ਵੀ ਲਾਗਤ ਜਿਹੜਾ ਹੈ ਉਹ ਕੀ ਹੈ? ਉਹ ਫਲਨ ਹੈ। ਮਤਲਬ ਲਾਗਤ ਜਿਹੜੀ ਹੈ ਉਹ ਖਰਚਾ ਹੈ ਜੋ ਕਿ ਨਿਰਭਰ ਕਰਦਾ ਹੈ ਕਿੰਦੇ ਉੱਪਰ? ਉਤਪਾਦਨ ਦੀ ਮਾਤਰਾ ਦੇ ਉੱਪਰ। ਕਿਉਂਕਿ ਜੇ ਉਤਪਾਦਨ ਦੀ ਮਾਤਰਾ ਵਧਾਣੀ ਹੈ ਤਾਂ ਕੀ ਕਰਨਾ ਪਏਗਾ? ਉਤਪਾਦਨ ਦੇ ਸਾਧਨ ਤੇ ਗੈਰ ਸਾਧਨ ਵਧਾਣੇ ਪੈਣਗੇ। ਮਤਲਬ ਉਹਨਾਂ ਦੀ ਮਾਤਰਾ ਵਧਾਣੀ ਪਏਗੀ। ਉਹਦੇ ਬਦਲੇ ਜੋ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਦਿੱਤੇ ਜਾਣਗੇ। ਹੁਣ ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ, ਉਹ ਆਉਂਦੀ ਹੈ ਵੀ ਜੇਕਰ ਆਪਾਂ ਲਗਾਨ, ਵਿਆਜ, ਮਜ਼ਦੂਰੀ, ਲਾਭ ਇਹਨਾਂ ਦੀ ਗੱਲ ਕਰੀਏ ਤਾਂ ਅਗਰ ਆਪਾਂ ਜਿਹੜੇ ਉਤਪਾਦਨ ਦੇ ਸਾਧਨ ਨੇ, ਮਤਲਬ ਜੋ ਭੂਮੀ ਹੈ, ਪੂੰਜੀ ਹੈ, ਮਜ਼ਦੂਰ ਹੈ, ਉਦਮ ਹੈ, ਅਗਰ ਮੈਂ ਇਹਨਾਂ ਦੇ ਹਿਸਾਬ ਨਾਲ ਦੇਖਾਂ, ਇਹਨਾਂ ਦੇ ਪੁਆਇੰਟ ਆਫ View ਨਾਲ ਸੋਚਾਂ ਤਾਂ ਜੋ ਲਗਾਨ, ਵਿਆਜ, ਮਜ਼ਦੂਰੀ, ਲਾਭ ਮਿਲ ਰਿਹਾ ਹੈ ਉਹ ਕੀ ਹੈ? ਉਹ ਇਹਨਾਂ ਉਤਪਾਦਨ ਦੇ ਸਾਧਨਾਂ ਦੀ ਕੀ ਹੈ? ਆਮਦਨ ਹੈ। ਮਤਲਬ ਹੁਣ ਇੱਕ ਭੂਮੀ ਵਾਲੇ ਨੂੰ ਲਗਾਨ ਮਿਲਿਆ, ਪੂੰਜੀ ਵਾਲੇ ਨੂੰ ਵਿਆਜ ਮਿਲੀ, ਮਜ਼ਦੂਰ ਨੂੰ ਮਜ਼ਦੂਰੀ ਮਿਲੀ, ਉਦਮ ਨੂੰ ਲਾਭ ਮਿਲਿਆ, ਤਾਂ ਇਹ ਉਹਨਾਂ ਦੀ ਕੀ ਹੈ? ਉਹਨਾਂ ਦੀ ਹੈਗੀ ਹੈ ਆਮਦਨ। ਪਰ ਅਗਰ ਆਪਾਂ ਇੱਕ ਉਤਪਾਦਕ ਦੇ ਪੁਆਇੰਟ ਆਫ View ਤੋਂ ਦੇਖਦੇ ਹਾਂ ਤੇ ਇਹ ਕੀ ਨੇ? ਉਤਪਾਦਕ ਦੇ ਖਰਚੇ ਜਿਹੜੇ ਨੇ ਉਹ ਹੋ ਜਾਂਦੇ ਨੇ। ਤਾਂ ਉਤਪਾਦਨ ਦੇ ਖਰਚੇ ਕਿੰਨੇ ਹੋਣਗੇ? ਲਾਗਤ ਕਿੰਨੀ ਹੋਏਗੀ? ਉਹ ਨਿਰਭਰ ਕਰਦਾ ਹੈ ਉਤਪਾਦਨ ਦੇ ਕਿੰਨੇ ਸਾਧਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ। ਹੁਣ ਉਤਪਾਦਨ ਦੇ ਕਿੰਨੇ ਸਾਧਨ ਲਗਾਏ ਜਾਣਗੇ? ਬਹੁਤ ਸਿੰਪਲ ਜੀ ਗੱਲ ਹੈ ਵੀ ਜਿੰਨਾ ਆਪਾਂ ਉਤਪਾਦਨ ਕਰਨਾ ਹੈ ਉਸ ਹਿਸਾਬ ਤੇ ਆਪਾਂ ਉਤਪਾਦਨ ਦੇ ਸਾਧਨ ਲਗਾਵਾਂਗੇ। ਤਾਂ ਇਹ ਸੀ ਆਪਣੇ ਕੋਲ ਲਾਗਤ ਫਲਨ। ਦੂਸਰੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਪੜਾਂਗੇ ਉਹ ਇਹ ਹੈ ਕਿ ਆਪਾਂ ਨਾ ਇਹਦੇ ਵਿੱਚ ਲਾਗਤ ਦੀਆਂ ਕਿਸਮਾਂ ਦੀ ਗੱਲ ਕਰਨੀ ਹੈ ਵੀ ਲਾਗਤ ਜਿਹੜੀ ਹੈ ਉਹ ਕਿੰਨੀ ਤਰ੍ਹਾਂ ਦੀ ਹੋਏਗੀ। ਤਾਂ ਦੇਖੋ, ਆਪਾਂ ਹੁਣੇ ਗੱਲ ਕੀਤੀ ਵੀ ਜਿਹੜੀ ਲਾਗਤ ਹੈ ਉਹ ਕੀ ਹੈ? ਉਹ ਫਲਨ ਹੈ। ਕਿਸ ਚੀਜ਼ ਦਾ? ਉਤਪਾਦਨ ਦੀ ਮਾਤਰਾ ਦਾ। ਠੀਕ ਹੈ ਵੀ ਆਪਾਂ ਜਿੰਨਾ ਉਤਪਾਦਨ ਕਰਾਂਗੇ ਉਸ ਹਿਸਾਬ ਤੇ ਆਪਣੀ ਲਾਗਤ ਜਿਹੜੀ ਹੈ ਉਹ ਡਿਫਾਈਨ ਹੋ ਜਾਏਗੀ। ਹੁਣ ਜਦੋਂ ਆਪਾਂ ਉਤਪਾਦਨ ਪੜ੍ਹਦੇ ਹਾਂ ਤਾਂ ਆਪਾਂ ਉਤਪਾਦਨ ਹਮੇਸ਼ਾ ਨਾ ਦੋ ਟਾਈਮ ਦੇ ਵਿੱਚ ਪੜ੍ਹਦੇ ਹਾਂ। ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਅਲਪਕਾਲ, ਇਹ ਆਪਾਂ ਆਲਰੇਡੀ ਆਪਣੇ ਉਤਪਾਦਨ ਵਾਲੇ ਚੈਪਟਰ ਚ ਕਰਕੇ ਆਏ ਆ। ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਦੀਰਘਕਾਲ। ਜਦੋਂ ਆਪਾਂ ਅਲਪਕਾਲ ਦੀ ਗੱਲ ਕਰਦੇ ਹਾਂ ਤਾਂ ਅਲਪਕਾਲ ਦੇ ਵਿੱਚ ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਸਥਿਰ ਸਾਧਨ ਤੇ ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ
परिवर्तनशील साधन। मतलब स्थिर साधन ਉਹ ਹੋਣਗੇ ਜਿਹਨੂੰ ਤੁਸੀਂ ਉਤਪਾਦਨ ਪ੍ਰਕਿਰਿਆ ਦੇ ਵਿੱਚ ਜਿਹੜਾ ਹੈ ਉਹ ਬਦਲ ਨਹੀਂ ਪਾਓਗੇ, ਕਿਉਂਕਿ ਟਾਈਮ ਤੁਹਾਡੇ ਕੋਲ ਥੋੜਾ ਹੈ, ਟਾਈਮ ਤੁਹਾਡੇ ਕੋਲ ਘੱਟ ਹੈ, ਤਾਂ ਤੁਸੀਂ ਉਹਨੂੰ ਬਦਲ ਨਹੀਂ ਪਾਓਗੇ। ਪਰਿਵਰਤਨਸ਼ੀਲ ਸਾਧਨ ਉਹ ਨੇ ਜਿਹੜੇ ਆਪਾਂ ਥੋੜੇ ਟਾਈਮ ਦੇ ਅੰਦਰ ਵੀ ਕੀ ਕਰ ਸਕਦੇ ਹਾਂ, ਬਦਲ ਸਕਦੇ ਹਾਂ। ਜਿਹੜਾ ਦੀਰਘਕਾਲ ਹੈ, ਦੀਰਘਕਾਲ ਦੇ ਵਿੱਚ ਜਿੰਨੇ ਵੀ ਸਾਧਨ ਹੋਣਗੇ ਉਹ ਸਾਰੇ ਦੇ ਸਾਰੇ ਸਾਧਨ ਜਿਹੜੇ ਨੇ ਉਹ परिवर्तनशील साधन होंगे। मतलब दीर्घ काल दे विच कोई भी स्थिर साधन जिहड़ा है वो नहीं हुंदा। मतलब दीर्घ काल दे विच अपने कोल इन्ना टाइम हुंदा है कि आपां की कर सकदे हां, उत्पादन दे सारे साधन जिहड़े है उहनूं आपां बदल सकदे हां। साडे कोल बहुत टाइम है, सारे उत्पादन साधन बदल दो। ਹੁਣ ਆਪਾਂ ਹੁਣੇ ਗੱਲ ਕਹੀ ਵੀ ਜਿਹੜੀ ਲਾਗਤ ਹੈ ਉਹ ਉਤਪਾਦਨ ਦੀ ਮਾਤਰਾ ਦਾ ਫਲਨ ਹੈ। ਹੁਣ ਜਦੋਂ ਆਪਾਂ ਉਤਪਾਦਨ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਅਲਪਕਾਲ ਦੇ ਵਿੱਚ ਉਤਪਾਦਨ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੈ, ਇੱਕ ਸਥਿਰ ਸਾਧਨਾਂ ਦੇ ਉੱਪਰ ਲੱਗਦਾ, ਇੱਕ ਪਰਿਵਰਤਨਸ਼ੀਲ ਸਾਧਨਾਂ ਦੁਆਰਾ ਹੁੰਦਾ ਹੈ। ਇਸ ਕਰਕੇ ਜਦੋਂ ਆਪਾਂ ਲਾਗਤ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਲਾਗਤ ਜਿਹੜੀ ਹੈ ਉਤਪਾਦਨ ਤੇ ਪੈਣੀ ਹੈ, ਤਾਂ ਕਿਉਂਕਿ ਉਤਪਾਦਨ ਦੋ ਟਾਈਮ 'ਚ ਹੁੰਦਾ ਹੈ, ਅਲਪਕਾਲ ਦੀਰਘਕਾਲ, ਇਸ ਕਰਕੇ ਜਿਹੜੀ ਆਪਾਂ ਲਾਗਤ ਪੜਾਂਗੇ ਉਹ ਵੀ ਆਪਾਂ ਦੋ ਟਾਈਮ ਦੇ ਵਿੱਚ ਪੜਾਂਗੇ। ਇੱਕ ਪੜਾਂਗੇ ਆਪਾਂ ਅਲਪਕਾਲ ਦੇ ਵਿੱਚ, ਇੱਕ ਆਪਾਂ ਪੜਾਂਗੇ ਦੀਰਘਕਾਲ ਦੇ ਵਿੱਚ। ਵੀ ਜਿਸ ਤਰ੍ਹਾਂ ਉਤਪਾਦਨ ਦੋ ਟਾਈਮ ਦੇ ਵਿੱਚ ਹੈ, ਹੁਣ ਲਾਗਤ ਪੈਣੀ ਹੈ ਉਤਪਾਦਨ ਤੇ। ਉਤਪਾਦਨ ਕਹਿੰਦਾ ਮੇਰੇ ਤਾਂ ਦੋ ਟਾਈਮ ਨੇ ਜੀ, ਅਲਪਕਾਲ ਦੀਰਘਕਾਲ, ਫਿਰ ਲਾਗਤ ਕਹਿੰਦੀ ਹੈ ਵੈਸੇ ਵੀ ਦੋ ਟਾਈਮ 'ਚ ਆ ਜਾਂਦੇ ਆ। ਤਾਂ ਜਿਹੜੀਆਂ ਅਲਪਕਾਲ ਦੇ ਵਿੱਚ ਲਾਗਤਾਂ ਹੋਣਗੀਆਂ, ਹੁਣ ਲਾਗਤਾਂ ਕਿੰਦੇ ਤੇ ਪੈਣੀਆਂ ਨੇ, ਉਤਪਾਦਨ ਦੇ ਸਾਧਨਾਂ ਤੇ। ਉਤਪਾਦਨ ਦੇ ਸਾਧਨ ਦੋ ਤਰ੍ਹਾਂ ਦੇ ਨੇ ਅਲਪਕਾਲ ਦੇ ਵਿੱਚ, ਸਥਿਰ ਸਾਧਨ ਤੇ ਪਰਿਵਰਤਨਸ਼ੀਲ ਸਾਧਨ। ਤਾਂ ਹੁਣ ਜਿਹੜੀਆਂ ਲਾਗਤਾਂ ਕਿੰਦੇ ਤੇ ਪੈਣਗੀਆਂ, ਸਥਿਰ ਸਾਧਨਾਂ ਤੇ ਪੈਣਗੀਆਂ, ਉਹਨੂੰ ਆਪਾਂ ਕਹਾਂਗੇ ਸਥਿਰ ਲਾਗਤ, ਠੀਕ ਹੈ। ਤੇ ਜਿਹੜੀ ਪਰਿਵਰਤਨਸ਼ੀਲ ਸਾਧਨਾਂ ਤੇ ਪਏਗੀ ਉਹਨੂੰ ਆਪਾਂ ਕਹਿ ਦਿਆਂਗੇ परिवर्तनशील लागत, ठीक है। तो जिस तरह ਜਿਹੜਾ ਅਲਪਕਾਲ ਹੈ ਉਹਦੇ ਵਿੱਚ ਉਤਪਾਦਨ ਦੋ ਤਰ੍ਹਾਂ ਦਾ ਹੈ, ਜੋ ਕਿ ਜਿਹੜਾ ਹੈ ਇੱਕ ਸਥਿਰ ਸਾਧਨ ਹੈ, ਇੱਕ ਪਰਿਵਰਤਨਸ਼ੀਲ ਸਾਧਨ ਹੈ। ਠੀਕ ਉਸੇ ਤਰ੍ਹਾਂ ਜਿਹੜਾ ਅਲਪਕਾਲ ਹੈ ਉਹਦੇ ਵਿੱਚ ਲਾਗਤਾਂ ਵੀ ਦੋ ਤਰ੍ਹਾਂ ਦੀਆਂ ਹੋਣਗੀਆਂ, ਇੱਕ ਹੋਣਗੀਆਂ ਆਪਣੇ ਕੋਲ ਸਥਿਰ ਲਾਗਤਾਂ, ਇੱਕ ਹੋਣਗੀਆਂ ਆਪਣੇ ਕੋਲ ਪਰਿਵਰਤਨਸ਼ੀਲ ਲਾਗਤਾਂ। ਧਿਆਨ ਨਾਲ ਰਿਪੀਟ ਕਰ ਰਹੇ ਹਾਂ ਇਸ ਚੀਜ਼ ਨੂੰ ਵੀ ਅਲਪਕਾਲ 'ਚ ਉਤਪਾਦਨ ਜਿਹੜਾ ਹੋਏਗਾ ਅਲਪਕਾਲ ਦੇ ਵਿੱਚ, ਉਹਦੇ ਵਾਸਤੇ ਆਪਣੇ ਕੋਲ ਦੋ ਤਰ੍ਹਾਂ ਦੇ ਸਾਧਨਾਂ ਦੀ ਆਪਾਂ ਨੂੰ ਲੋੜ ਹੋਏਗੀ, ਇੱਕ ਸਥਿਰ ਸਾਧਨ ਹੋਣਗੇ, ਇੱਕ परिवर्तनशील साधन होंगे। क्योंकि लागत ਜਿਹੜੀ ਹੈ ਉਹ ਉਤਪਾਦਨ ਦੇ ਸਾਧਨਾਂ ਤੇ ਪੈਣੀ ਹੈ, ਤਾਂ ਕਿਉਂਕਿ ਉਤਪਾਦਨ ਦੇ ਸਾਧਨ ਦੋ ਤਰ੍ਹਾਂ ਦੇ ਨੇ, ਸਥਿਰ ਸਾਧਨ ਤੇ ਪਰਿਵਰਤਨਸ਼ੀਲ ਸਾਧਨ। ਤਾਂ ਕਿਉਂਕਿ ਲਾਗਤ ਜਿਹੜੀ ਹੈ ਉਤਪਾਦਨ ਦੇ ਸਾਧਨਾਂ ਤੇ ਪੈਣੀ ਹੈ, ਤਾਂ ਲਾਗਤ ਵੀ ਕਿੰਨੀ ਤਰ੍ਹਾਂ ਦੀ, ਦੋ ਤਰ੍ਹਾਂ ਦੀ, ਇੱਕ ਹੋਗੀ ਸਥਿਰ ਲਾਗਤ, ਇੱਕ ਹੋਗੀ ਪਰਿਵਰਤਨਸ਼ੀਲ ਲਾਗਤ। मतलब ਜਿਹੜੀ ਸਥਿਰ ਸਾਧਨਾਂ ਤੇ ਪਏਗੀ ਉਹ ਸਥਿਰ ਸਾਧਨ, ਜਿਹੜੀ ਪਰਿਵਰਤਨਸ਼ੀਲ ਸਾਧਨਾਂ ਤੇ ਪਏਗੀ ਉਹ ਪਰਿਵਰਤਨਸ਼ੀਲ ਲਾਗਤ। ਜਦੋਂ ਆਪਾਂ ਦੀਰਘਕਾਲ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਦੀਰਘਕਾਲ 'ਚ ਸਾਰੇ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਨੇ। ਦੀਰਘਕਾਲ ਦੇ ਵਿੱਚ ਕੋਈ ਸਥਿਰ ਸਾਧਨ ਜਿਹੜਾ ਹੈ ਉਹ ਹੈ ਹੀ ਨਹੀਂ, ਠੀਕ ਹੈ, ਸਾਰੇ ਪਰਿਵਰਤਨਸ਼ੀਲ ਸਾਧਨ ਨੇ। ਤਾਂ ਹੁਣ ਕਿਉਂਕਿ ਜਿਹੜੀਆਂ ਲਾਗਤਾਂ ਨੇ ਉਹ ਕਿੰਦੇ ਤੇ ਪੈਣੀਆਂ ਨੇ, ਉਹ ਉਤਪਾਦਨ ਦੇ ਸਾਧਨਾਂ ਤੇ ਪੈਣੀਆਂ ਨੇ। ਤਾਂ ਫਿਰ ਜਦੋਂ ਆਪਾਂ ਦੀਰਘਕਾਲ ਦੀ ਗੱਲ ਕਰਦੇ ਹਾਂ ਤਾਂ ਜੇਕਰ ਦੀਰਘਕਾਲ ਦੇ ਵਿੱਚ ਸਾਰੇ ਦੇ ਸਾਰੇ ਸਾਧਨ ਜਿਹੜੇ ਨੇ ਉਹ ਪਰਿਵਰਤਨਸ਼ੀਲ ਨੇ, ਤਾਂ ਸਾਰੀਆਂ ਦੀਆਂ ਸਾਰੀਆਂ ਲਾਗਤਾਂ ਵੀ ਕੀ ਹੋਣਗੀਆਂ, परिवर्तनशील होणगियां। मतलब कहने की है भी ਜਦੋਂ ਆਪਾਂ ਲਾਗਤਾਂ ਦੀ ਗੱਲ ਕਰਦੇ ਹਾਂ, ਜਦੋਂ ਮੈਂ ਕਹਿੰਦਾ ਸਥਿਰ ਲਾਗਤਾਂ ਨੇ ਤਾਂ ਕਿੰਦੇ ਤੇ ਪੈਣਗੀਆਂ, ਸਥਿਰ ਸਾਧਨਾਂ ਤੇ। ਹੁਣ ਸਥਿਰ ਸਾਧਨਾਂ ਨੂੰ ਆਪਾਂ ਬਦਲ ਨਹੀਂ ਸਕਦੇ, ਤਾਂ ਫਿਰ ਸਥਿਰ ਲਾਗਤਾਂ ਇਹ ਜਿਹੀਆਂ ਲਾਗਤਾਂ ਹੋਣਗੀਆਂ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। मतलब ਇਹ ਉਹਨੇ ਦੀਆਂ ਉਹਨੀਆਂ ਹੀ ਰਹਿਣਗੀਆਂ। ਜਿਹੜੇ ਅਲਪਕਾਲ 'ਚ ਪਰਿਵਰਤਨਸ਼ੀਲ ਸਾਧਨ ਨੇ, ਜੋ ਲਾਗਤਾਂ ਉਹਨਾਂ ਤੇ ਪੈਣੀਆਂ ਨੇ ਉਹ ਪਰਿਵਰਤਨਸ਼ੀਲ ਲਾਗਤਾਂ ਨੇ। ਹੁਣ ਨਾਮ ਤੋਂ ਕਲੀਅਰ ਕਰੋ ਵੀ ਜਿਹੜੇ ਸਾਧਨ ਨੇ ਉਹ ਕੀ ਨੇ, ਪਰਿਵਰਤਨਸ਼ੀਲ ਨੇ। मतलब ਸਾਧਨਾਂ ਨੂੰ ਆਪਾਂ ਬਦਲ ਸਕਦੇ ਹਾਂ, ਤਾਂ ਫਿਰ ਲਾਗਤਾਂ ਨੂੰ ਵੀ ਆਪਾਂ ਕੀ ਕਰ ਸਕਦੇ ਹਾਂ, ਬਦਲ ਸਕਦੇ ਹਾਂ। ਅਗਰ ਆਪਾਂ ਦੀਰਘਕਾਲ ਦੀ ਗੱਲ ਕਰੀਏ, ਉਹ ਕਹਿੰਦਾ ਸਾਰੇ ਸਾਧਨ ਹੀ ਪਰਿਵਰਤਨਸ਼ੀਲ ਨੇ। ਅਸੀਂ ਕਿਹਾ ਸਾਨੂੰ ਲਾਗਤਾਂ ਪੈਣੀਆਂ ਨੇ ਸਾਧਨਾਂ ਦੇ ਉੱਪਰ, ਸਾਧਨ ਪਰਿਵਰਤਨਸ਼ੀਲ ਨੇ, ਤਾਂ ਫਿਰ ਸਾਡੀਆਂ ਲਾਗਤਾਂ ਵੀ ਪਰਿਵਰਤਨਸ਼ੀਲ ਨੇ। मतलब ਜੇ ਦੀਰਘਕਾਲ ਦੇ ਵਿੱਚ
ਸਥਿਰ ਸਾਧਨ ਨਹੀਂ ਹੈਗੇ ਤਾਂ ਫਿਰ ਸਥਿਰ ਲਾਗਤਾਂ ਵੀ ਨਹੀਂ ਹੋਣਗੀਆਂ। ਸਥਿਰ ਲਾਗਤਾਂ ਹਮੇਸ਼ਾ ਕਿੱਥੇ ਪਾਈਆਂ ਜਾਣਗੀਆਂ? ਸਥਿਰ ਲਾਗਤਾਂ ਹਮੇਸ਼ਾ ਅਲਪਕਾਲ ਚ ਹੋਣਗੀਆਂ। ਦੀਰਘਕਾਲ ਚ ਕੋਈ ਵੀ ਲਾਗਤ ਜਿਹੜੀ ਹੈ ਉਹ ਸਥਿਰ ਨਹੀਂ ਹੁੰਦੀ। ਕਿਉਂ? ਕਿਉਂਕਿ ਕੋਈ ਸਾਧਨ ਜਿਹੜਾ ਹੈ ਉਹ ਸਥਿਰ ਨਹੀਂ ਹੁੰਦਾ। ਤਾਂ ਇਹ ਸੀ ਆਪਣਾ ਅੱਜ ਦਾ ਲੈਕਚਰ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਕੁਝ ਹੋਰ ਲਾਗਤਾਂ ਦੇ ਨਾਲ। Till then, it's goodbye from my side. Thank you very much and all the best.